ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰਮੁਖ ਜਨੋ, ਆਪ ਸਾਰਿਆਂ ਨੂੰ ਅੱਜ ਦੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅੱਜ ਦਾ ਸਾਡਾ ਵਿਸ਼ਾ 5 ਫਰਵਰੀ 1762 ਦੇ ਉਸ ਇਤਿਹਾਸ ਦਾ ਹੈ, ਜਿਸ ਦਿਨ ਨੂੰ ਸਾਡੇ ਇਤਿਹਾਸ ਵਿੱਚ ਵੱਡੇ ਘੱਲੂਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ। ਇਹ ਇਤਿਹਾਸ ਵਿੱਚ ਐਸਾ ਦਿਨ ਹੈ ਜਿੱਥੇ ਇੱਕ ਦਿਨ ਵਿੱਚ ਹੀ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸਿੱਖਣੀਆਂ ਬੱਚੇ ਸ਼ਹੀਦ ਹੋਏ, ਔਰ ਇਹ ਇੱਕ ਐਸਾ ਦਿਹਾੜਾ ਹੈ ਜਿਸ ਵਿੱਚ ਸਿੱਖਾਂ ਦੇ ਆਗੂਆਂ ਦਾ ਕਿਰਦਾਰ ਵੀ ਉਘੜ ਕੇ ਸਾਡੇ ਸਾਹਮਣੇ ਆਉਂਦਾ। ਲੜਾਈ ਦੇ ਮੈਦਾਨ ਵਿੱਚ 22 ਫੱਟ ਖਾਣ ਵਾਲੇ 11 ਫੱਟ ਖਾਣ ਵਾਲੇ ਸਿੱਖ ਆਗੂ ਕਿਵੇਂ ਲੜੇ, ਕਿਵੇਂ ਬਹਾਦਰੀ ਨਾਲ ਲੜੇ, ਇਹ ਕੁਰਬਾਨੀ ਆਪਣੀ ਕਿਸ ਤਰ੍ਹਾਂ ਉਹਨਾਂ ਨੇ ਅਬਦਾਲੀ ਦੀਆਂ ਫੌਜਾਂ ਦਾ ਟਾਕਰਾ ਕੀਤਾ, ਇਹ ਪੂਰਾ ਇਤਿਹਾਸ ਹੈ। ਤੇ ਇਹ ਸਾਡੇ ਨਾਲ ਅੱਜ ਇਸ ਇਤਿਹਾਸ ਦੇ ਜਾਣਕਾਰੀ ਦੇਣ ਲਈ ਵੀਰ ਅਵਤਾਰ ਸਿੰਘ ਜੀ, ਜੋ ਇੰਗਲੈਂਡ ਤੋਂ UK ਤੋਂ ਹਨ, ਉਹ ਸ਼ਾਮਲ ਹੋਏ ਹਨ। ਵੀਰ ਅਵਤਾਰ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ ਦੇ ਨਾਲ ਸ਼ੁਰੂ ਤੋਂ ਹੀ ਮੇਰੇ ਤੋਂ ਸੀਨੀਅਰ ਹਨ। ਇਹਨਾਂ ਪਾਸੋਂ ਮੈਂ ਸਿੱਖਦਾ ਵੀ ਰਿਹਾ ਹਾਂ ਸਟੇਜ 'ਤੇ ਬੋਲਣ ਦਾ। ਤੋ ਇਹ ਆਪ ਜੀ ਦੇ ਨਾਲ ਅੱਜ ਵੱਡਾ ਘੱਲੂਘਾਰਾ ਸਿੱਖ ਇਤਿਹਾਸ ਵਿੱਚ ਕਦੋਂ ਵਾਪਰਿਆ, ਕਿਵੇਂ ਵਾਪਰਿਆ, ਕੀ ਕਾਰਨ ਸੀ, ਉਹਦੇ ਰਿਜ਼ਲਟ ਕੀ ਸੀ, ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਹਨ। ਤਾਂ ਮੈਂ ਬੇਨਤੀ ਕਰ ਰਿਹਾ ਵੀਰ ਅਵਤਾਰ ਸਿੰਘ ਜੀ ਨੂੰ ਆਪਣੇ ਵਿਸ਼ੇ ਨੂੰ ਸ਼ੁਰੂ ਕਰਨ। ਵੀਰ ਅਵਤਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਜੀਤ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ ਜਾਣ ਪਛਾਣ ਕਰਵਾਉਣ ਵਾਸਤੇ, ਤੇ ਅੱਜ ਦੀ ਕਲਾਸ ਦੇ ਵਿੱਚ ਉਚੇਚਾ ਸੱਦਾ ਦੇ ਕੇ ਸਾਰਿਆਂ ਦਾ ਦਰਸ਼ਨ ਕਰਵਾਉਣ ਵਾਸਤੇ ਵੀ ਤੁਹਾਡਾ ਬਹੁਤ ਧੰਨਵਾਦ। ਬਹੁਤ ਸਾਰੇ ਸੀਨੀਅਰ ਸੱਜਣ ਮੈਂ ਸਾਹਮਣੇ ਵੇਖ ਰਿਹਾ, ਖਾਸ ਕਰਕੇ ਰਾਜਾ ਸਿੰਘ ਜੀ, ਜਿਹੜੇ ਬਹੁਤ ਸੀਨੀਅਰ ਨੇ ਮੇਰੇ ਤੋਂ, ਤੇ ਮੈਂ ਸਭ ਤੋਂ ਪਹਿਲੀ ਕਲਾਸ ਬਸਤੀ ਸ਼ੇਖ ਜਲੰਧਰ ਦੇ ਵਿੱਚ ਇਹਨਾਂ ਦੀ ਅਟੈਂਡ ਕੀਤੀ ਸੀ। ਮੇਰੇ ਤੋਂ ਬਹੁਤ ਸੀਨੀਅਰ ਨੇ, ਤੇ ਮੈਨੂੰ ਇੱਦਾਂ ਵੀ ਲੱਗਦਾ ਹੈ ਕਿ ਆਮ ਤੌਰ ਤੇ ਕੋਈ ਵੀ ਗੱਲ ਕਰਨੀ ਥੋੜੀ ਸੌਖੀ ਹੁੰਦੀ ਹੈ, ਪਰ ਜਦੋਂ ਇੰਨੇ ਸਿਆਣੇ ਲੋਕ ਸਾਹਮਣੇ ਬੈਠੇ ਹੋਣ ਤੇ ਉਸ ਵੇਲੇ ਗੱਲ ਕਰਨ ਤੋਂ ਥੋੜਾ ਜਿਹੀ ਘਬਰਾਹਟ ਵੀ ਹੁੰਦੀ ਹੈ। ਮੈਂ ਕੋਸ਼ਿਸ਼ ਕਰਾਂਗਾ ਇਸ ਘੱਲੂਘਾਰੇ ਦਾ ਜਿਹੜਾ ਇੱਕ ਬਹੁਤ ਵੱਡਾ ਦਿਨ ਆ ਸਾਡੇ ਇਤਿਹਾਸ ਦਾ, ਉਹਦੇ ਕਾਰਨ ਕੀ ਸੀ, ਕਿਉਂ ਵਾਪਰਿਆ, ਤੇ ਉਸ ਘੱਲੂਘਾਰੇ ਦੇ ਸਮੇਂ ਇੰਨੀ ਵੱਡੀ ਗਿਣਤੀ ਦੇ ਵਿੱਚ ਕੌਮ ਦਾ ਨੁਕਸਾਨ ਕਰਵਾਉਣ ਤੋਂ ਬਾਅਦ ਵੀ ਉਹ ਜਿਹੜਾ ਬਾਕੀ ਦਾ ਬਚਿਆ ਖਾਲਸਾ ਸੀ ਉਹ ਚੜ੍ਹਦੀ ਕਲਾ 'ਚ ਰਿਹਾ, ਉਹਦਾ ਕਾਰਨ ਕੀ ਸੀ, ਤੇ ਉਸ ਤੋਂ ਬਾਅਦ ਦੀਆਂ ਕੀ ਪ੍ਰਾਪਤੀਆਂ ਸੀ। ਤੇ ਜੇ ਅੱਜ ਦੇ ਨਾਲ ਅਸੀਂ ਉਹਨੂੰ ਦੇਖਣਾ ਹੋਵੇ ਕੰਪੇਅਰ ਕਰਕੇ, ਤੇ ਅੱਜ ਅਸੀਂ ਉਸ ਸਮੇਂ ਦਾ ਜਿਹੜਾ ਸਿੱਖੀ ਕਿਰਦਾਰ ਆ ਤੇ ਅੱਜ ਦਾ ਜਿਹੜਾ ਅਸੀਂ ਕਿੱਥੇ ਖੜੇ ਆ, ਮੇਰਾ ਖਿਆਲ ਆ ਇਹਨੂੰ ਮੈਂ ਕਵਰ ਕਰਨ ਦੀ ਯਤਨ ਕਰੂੰਗਾ। ਦੋ ਘੱਲੂਘਾਰੇ ਸਾਡੀ ਕੌਮ ਦੇ ਵਿੱਚ ਮੁੱਖ ਮੰਨੇ ਗਏ ਨੇ। ਛੋਟਾ ਘੱਲੂਘਾਰਾ 1746 ਦਾ, ਜਿਹੜਾ ਕਾਹਨੂੰਵਾਲ ਦੇ ਛੰਭ ਦੇ ਵਿੱਚ ਦੀਵਾਨ ਲਖਪਤ ਰਾਏ ਦੀ ਅਗਵਾਈ 'ਚ ਲੜ ਰਹੀਆਂ ਲਾਹੌਰ ਤੇ ਬਾਕੀ ਸੂਬਿਆਂ ਦੀਆਂ ਫੌਜਾਂ ਦੇ ਵਿਚਕਾਰ ਹੋਇਆ, ਜਿਹਦੇ ਵਿੱਚ ਵੀ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ। ਦੂਸਰਾ ਇਹ ਵੱਡਾ ਘੱਲੂਘਾਰਾ ਜਿਹੜਾ 5 ਫਰਵਰੀ 1762 ਨੂੰ ਕੁੱਪ ਹਰੀੜੇ ਦੇ ਮੈਦਾਨ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਤੇ ਸੂਬਾ ਸਰਹੰਦ ਦਾ ਜਿਹੜਾ ਸੂਬੇ ਦਾ ਜ਼ੈਨ ਖਾਨ ਹੈ, ਉਹਦੀਆਂ ਫੌਜਾਂ ਨੇ ਇੱਕ ਨਰ ਸੰਘਾਰ ਕੀਤਾ। ਘੱਲੂਘਾਰਾ ਦੇ ਜਿਹੜੇ ਲਫ਼ਜ਼ੀ ਅਰਥ ਨੇ, ਜਦੋਂ ਕੌਮ ਨੂੰ ਨਾਸ ਕਰ ਦੇਣਾ ਹੋਵੇ, ਉਹਦਾ ਬਿਲਕੁਲ ਵੀ ਨਾਸ ਕਰ ਦੇਣਾ ਹੋਵੇ, ਕੁਝ ਵੀ ਨਾ ਛੱਡਣਾ ਹੋਵੇ, ਉਹ ਜਿਹੜੀ ਅਵਸਥਾ ਹੈ ਉਹਨੂੰ ਘੱਲੂਘਾਰਾ ਕਿਹਾ ਜਾਂਦਾ ਹੈ। ਸਾਨੂੰ ਪਤਾ ਹੈ ਕਿ ਭਾਰਤ ਵਿੱਚ ਤਕਰੀਬਨ 980 ਈਸਵੀ ਤੋਂ ਹਮਲਾਵਰ ਆਉਂਦੇ, ਕੁਝ ਗਿਣਤੀ ਦੇ ਇਕੱਠੇ ਹੋ ਕੇ, ਤੇ ਆ ਕੇ ਉਹ ਪੂਰੇ ਭਾਰਤ ਦੀ ਇੱਜ਼ਤ ਆਬਰੂ ਵੀ ਲੁੱਟਦੇ, ਧਨ ਦੌਲਤ ਵੀ ਲੁੱਟ ਕੇ ਚਲੇ ਜਾਂਦੇ। ਤੇ ਜੇ ਉਹਨਾਂ ਨੂੰ ਕੋਈ ਰੋਕਣ ਦੀ ਹਿੰਮਤ ਕਰਦਾ ਸੀ, ਜਿਸ ਵੇਲੇ ਪੰਜਾਬ ਦੇ ਰਾਹੀਂ ਅਹਿਮਦ ਸ਼ਾਹ ਅਬਦਾਲੀ ਨੇ ਦਿੱਲੀ ਤੇ ਆਗਰੇ ਨੂੰ ਲੁੱਟਣ ਦੀ ਗੱਲ ਕੀਤੀ ਹੈ, ਤੇ ਉਹਦੇ ਰਸਤੇ 'ਚ ਰੁਕਾਵਟ ਜੇ ਕੋਈ ਬਣਦਾ ਸੀ ਤੇ ਉਹ ਸਿੰਘ ਬਣਦੇ ਸਨ। ਉਹ ਸਿੰਘ ਜਿਹੜੇ ਉਸ ਵੇਲੇ 12 ਜਥਿਆਂ ਦੇ ਵਿੱਚ ਵੰਡੇ ਗਏ ਸਨ। ਸਮੁੱਚੀ ਜਥੇਬੰਦੀ ਨੂੰ ਦਲ ਖਾਲਸਾ ਕਿਹਾ ਜਾਂਦਾ ਸੀ। ਦਲ ਖਾਲਸਾ ਦੇ ਜਥੇਦਾਰ ਭਾਈ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਸਨ।
ਤੇ ਉਹ ਜਿਹੜੇ ਜਥੇ ਸਨ ਉਹਨਾਂ ਨੂੰ ਹੀ ਮਿਸਲਾਂ ਕਿਹਾ ਜਾਂਦਾ ਸੀ, ਕਿਉਂਕਿ ਉਹਨਾਂ ਦੀਆਂ ਫਾਈਲਾਂ ਅਕਾਲ ਤਖਤ ਸਾਹਿਬ ਤੇ ਲੱਗੀਆਂ ਹੁੰਦੀਆਂ ਸੀ ਤੇ ਫਾਰਸੀ ਦੇ ਵਿੱਚ ਫਾਈਲ ਨੂੰ ਮਿਸਲ ਕਹਿੰਦੇ ਆ। ਉਹ 12 ਮਿਸਲਾਂ ਦਾ ਸਮਾਂ ਸੀ ਜਿਸ ਵੇਲੇ ਇਹ ਘੱਲੂਘਾਰਾ ਵਾਪਰਦਾ ਹੈ। ਜੇ ਮੈਂ ਉਸ ਤੋਂ ਥੋੜਾ ਜਿਹਾ ਪਿੱਛੇ ਤੁਹਾਡਾ ਧਿਆਨ ਲੈ ਕੇ ਜਾਵਾਂ ਤਾਂ ਅਕਤੂਬਰ 1759 ਨੂੰ ਅਹਿਮਦ ਸ਼ਾਹ ਅਬਦਾਲੀ ਭਾਰਤ ਉੱਤੇ 5ਵੀਂ ਵਾਰ ਹਮਲਾਵਰ ਹੋ ਕੇ ਆਉਂਦਾ ਹੈ ਤੇ ਸਿੰਘ ਪੰਜਾਬ ਦੇ ਵਿੱਚੋਂ ਲਾਂਭੇ ਚਲੇ ਜਾਂਦੇ ਨੇ, ਮੈਦਾਨ ਖਾਲੀ ਛੱਡ ਕੇ ਜੰਗਲਾਂ ਦੇ ਵਿੱਚ, ਤੇ ਉਹ ਦਿੱਲੀ ਨੂੰ ਲੁੱਟ ਕੇ ਵਾਪਸ ਚਲੇ ਜਾਂਦਾ ਹੈ। ਜਦੋਂ ਉਹ ਵਾਪਸ ਜਾਂਦਾ ਹੈ, ਉਹਦੇ ਵਾਪਸ ਜਾਣ ਤੋਂ ਬਾਅਦ ਦੀਵਾਲੀ 1760 ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਸਿੰਘ ਇਕੱਠੇ ਹੋ ਕੇ ਇੱਕ ਗੁਰਮਤਾ ਕਰਦੇ ਨੇ। ਇੱਥੇ ਇਹ ਗੱਲ ਸ਼ਾਇਦ ਤੁਹਾਡੇ ਧਿਆਨ 'ਚ ਲੈ ਕੇ ਆਉਣੀ ਲਾਹੇਵੰਦ ਹੋਵੇ ਕਿ ਉਸ ਵੇਲੇ ਜਿਹੜੀ ਸਿੱਖ ਜਥੇਬੰਦੀ ਦਲ ਖਾਲਸਾ ਹੈ, ਉਹਨਾਂ ਦੇ ਸਾਰੇ ਫੈਸਲੇ ਅਕਾਲ ਤਖਤ ਸਾਹਿਬ ਦੇ ਉੱਤੇ ਵਿਸਾਖੀ ਤੇ ਦੀਵਾਲੀ ਦੇ ਜੋੜ ਮੇਲਿਆਂ ਸਮੇਂ ਗੁਰਮਤਾ ਕਰਕੇ ਕੀਤੇ ਜਾਂਦੇ ਨੇ। ਗੁਰਮਤਾ ਕਰਨ ਦੀ ਵਿਧੀ ਜਿਹੜੀ ਹੈ, 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰਮਤਾ ਹੁੰਦਾ ਹੈ। ਉਹ ਸਰਬੱਤ ਖਾਲਸੇ ਦਾ ਇਕੱਠ ਹੁੰਦਾ ਹੈ। 5 ਪਿਆਰੇ ਜਿਹੜੇ ਨੇ ਉਹ ਉਸ ਇਕੱਠ ਦੇ ਵਿੱਚੋਂ ਚੁਣੇ ਜਾਂਦੇ ਨੇ। ਪਹਿਲਾਂ ਇੱਕ ਚੁਣਿਆ ਜਾਂਦਾ, ਉਹਦੀ ਸਹਿਮਤੀ ਹੋਣ ਤੋਂ ਬਾਅਦ ਦੂਸਰਾ, ਤੀਸਰਾ, ਚੌਥਾ ਤੇ ਪੰਜਵਾਂ, ਉਹ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਉਹ ਸਾਰੇ ਇਕੱਠ ਦੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਂਦੀ ਹੈ। ਉਸ ਵੇਲੇ ਅੱਜ ਵਾਂਗੂ ਤਨਖਾਹਦਾਰ ਸੋ ਕਾਲਡ ਸਿੰਘ ਸਾਹਿਬ ਦੇ ਤੌਰ ਦੇ ਉੱਤੇ ਕੌਮ ਦੇ ਉੱਤੇ ਨਹੀਂ ਸੀ ਠੋਸੇ ਜਾਂਦੇ। ਉਹ 5 ਪਿਆਰੇ ਸਰਬੱਤ ਖਾਲਸਾ ਸ਼ੁਰੂ ਹੋਣ ਵੇਲੇ ਚੁਣੇ ਜਾਂਦੇ ਤੇ ਸਰਬੱਤ ਖਾਲਸਾ ਖਤਮ ਹੁੰਦਿਆਂ ਹੀ ਉਹ ਵਾਪਸ ਫਿਰ ਆਪਣੇ ਆਪਣੇ ਜਥਿਆਂ ਦੇ ਵਿੱਚ ਸਧਾਰਨ ਸਿੱਖਾਂ ਦੇ ਤੌਰ ਤੇ ਵਿਚਰਦੇ। ਅਕਤੂਬਰ 1760, ਦੀਵਾਲੀ 1760 ਨੂੰ ਸਿੰਘਾਂ ਨੇ ਗੁਰਮਤਾ ਕਰਕੇ ਲਾਹੌਰ ਦੇ ਉੱਤੇ ਕਬਜ਼ਾ ਕਰ ਲਿਆ, ਲਾਹੌਰ ਤੇ ਹਮਲਾ ਕਰਤਾ। 11 ਦਿਨ ਘੇਰਾ ਪਾਉਣ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਦਾ ਹਾਕਮ ਨਿਯਤ ਕਰਕੇ ਤੇ ਉੱਥੇ ਹੀ ਆਪਣਾ ਰਾਜ ਕਾਇਮ ਕੀਤਾ। ਤੇ ਉਹਦੇ ਨਾਲ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਲੱਗਾ ਕਿ ਮੇਰਾ ਥਾਪਿਆ ਹੋਇਆ ਸੂਬੇਦਾਰ ਨੂੰ ਇਹਨਾਂ ਨੇ ਹਰਾ ਕੇ ਭਜਾ ਕੇ ਲਾਹੌਰ ਉੱਤੇ ਹੀ ਕਬਜ਼ਾ ਕਰ ਲਿਆ ਹੈ, ਤੇ ਉਸ ਵੇਲੇ ਦਿੱਲੀ ਦੇ ਉੱਤੇ ਜਿਹੜੇ ਮਰਹੱਟੇ ਨੇ ਉਹ ਕਾਬਜ਼ ਹੈ, ਮਰਹੱਟਿਆਂ ਦਾ ਕਬਜ਼ਾ ਹੈ। ਮੁਗਲ ਸਾਰੇ ਖਤਮ ਹੋ ਚੁੱਕੇ ਹੈ ਤੇ ਮਰਹੱਟੇ ਵੀ ਅਹਿਮਦ ਸ਼ਾਹ ਅਬਦਾਲੀ ਨੂੰ ਸਮੇਂ-ਸਮੇਂ ਸਿਰ ਤੰਗ ਕਰਦੇ ਰਹਿੰਦੇ ਨੇ। ਪਰ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਤੇ ਬਹੁਤਾ ਨੁਕਸਾਨ ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦੇ ਸਿੰਘਾਂ ਦੇ ਨਾਲ ਹੀ ਉਹਦਾ ਮੁਕਾਬਲਾ ਜਿਹੜਾ ਹੈ ਉਹ ਹੁੰਦਾ ਹੈ। ਅਹਿਮਦ ਸ਼ਾਹ ਅਬਦਾਲੀ ਜਦੋਂ ਸਿੰਘਾਂ ਨੇ ਲਾਹੌਰ ਦੇ ਉੱਤੇ ਕਬਜ਼ਾ ਕਰ ਲਿਆ, ਫਿਰ ਦੁਆਰਾ ਉਹ ਫਿਰ ਅਹਿਮਦ ਸ਼ਾਹ ਅਬਦਾਲੀ ਉਚੇਚੇ ਤੌਰ ਤੇ ਸਿੰਘਾਂ ਨੂੰ ਸਬਕ ਸਿਖਾਉਣ ਲਈ ਤੇ ਮਰਹੱਟਿਆਂ ਵਾਲੀ ਗੱਲ ਖਤਮ ਕਰਨ ਵਾਸਤੇ ਜਨਵਰੀ 1761 ਨੂੰ ਦੁਆਰਾ ਹਮਲਾਵਰ ਬਣ ਕੇ ਆਉਂਦਾ ਹੈ। ਜਦੋਂ ਅਹਿਮਦ ਸ਼ਾਹ ਅਬਦਾਲੀ ਬਹੁਤ ਵੱਡੀ ਫੌਜ ਲੈ ਕੇ ਆਉਂਦਾ ਹੈ ਤੇ ਸਿੰਘ ਆਪਣੀ ਯੁੱਧ ਨੀਤੀ ਦੇ ਮੁਤਾਬਕ ਲਾਹੌਰ ਨੂੰ ਖਾਲੀ ਕਰਕੇ ਦੁਆਰਾ ਫਿਰ ਜੰਗਲਾਂ ਪਹਾੜਾਂ ਵਿੱਚ ਚਲੇ ਜਾਂਦੇ ਨੇ ਗੁਰੀਲਾ ਯੁੱਧ ਕਰਨ ਵਾਸਤੇ। ਤੇ ਅਹਿਮਦ ਸ਼ਾਹ ਅਬਦਾਲੀ ਸਿੱਧਾ ਮਰਹੱਟਿਆਂ ਨੂੰ ਵੰਗਾਰਦਾ ਹੈ ਤੇ ਮਰਹੱਟਿਆਂ ਦੇ ਨਾਲ ਜਨਵਰੀ 1761 ਨੂੰ ਪਾਣੀਪਤ ਦੇ ਮੈਦਾਨ ਦੇ ਵਿੱਚ ਲੜਾਈ ਹੁੰਦੀ ਹੈ, ਜਿਹਨੂੰ ਪਾਣੀਪਤ ਦੀ ਤੀਸਰੀ ਲੜਾਈ ਕਿਹਾ ਜਾਂਦਾ ਹੈ। ਅੱਜ ਭਾਰਤ ਦੇ ਵਿੱਚ ਬੜਾ ਇਤਿਹਾਸ ਪੜ੍ਹਾਇਆ ਜਾਂਦਾ ਹੈ ਕਿ ਮਰਹੱਟੇ ਬੜੇ ਜੁਝਾਰੂ ਸਨ, ਬੜੇ ਲੜਾਕੇ ਸਨ, ਬੜੇ ਬਹਾਦਰ ਸਨ, ਬਹੁਤ ਕੁਝ ਸੀ। ਪਰ ਅਹਿਮਦ ਸ਼ਾਹ ਅਬਦਾਲੀ ਦੇ ਨਾਲ 2 ਲੱਖ ਮਰਹੱਟਾ ਫੌਜ 65,000, 60 ਤੋਂ 65,000 ਅਬਦਾਲੀ ਦੀ ਫੌਜ ਦੇ ਸਾਹਮਣੇ ਪੂਰਾ ਦਿਨ ਨਹੀਂ ਕੱਢ ਸਕੇ ਸਨ। ਮੈਦਾਨ ਦੇ ਵਿੱਚ ਹਾਰ ਮੰਨ ਕੇ ਅਹਿਮਦ ਸ਼ਾਹ ਅਬਦਾਲੀ ਦਾ ਦਿੱਲੀ ਦੇ ਵਿੱਚ ਸਵਾਗਤ ਕਰਦੇ ਸਨ ਕੀਤਾ ਮਰਹੱਟਿਆਂ ਨੇ, ਤੇ ਅਹਿਮਦ ਸ਼ਾਹ ਅਬਦਾਲੀ ਮਰਹੱਟਿਆਂ ਨੂੰ ਹਰਾ ਕੇ ਦਿੱਲੀ ਦਾ ਜੇਤੂ ਬਣ ਕੇ ਪੂਰੀ ਦਿੱਲੀ ਤੇ ਦਿੱਲੀ ਦੇ ਆਸ-ਪਾਸ ਦੇ ਇਲਾਕੇ ਨੂੰ ਲੁੱਟਦਾ ਹੈ, ਧਨ ਦੌਲਤ ਲੁੱਟਦਾ ਹੈ। ਬਹੁਤ ਨੁਕਸਾਨ ਕਰਨ ਤੋਂ ਬਾਅਦ 2200 ਹਿੰਦੂਆਂ ਦੀਆਂ ਬਹੁ ਬੇਟੀਆਂ ਬੰਦੀ ਬਣਾ ਕੇ ਵਾਪਸ ਅਫਗਾਨਿਸਤਾਨ ਵੱਲ ਨੂੰ ਵਾਪਸ ਜਾਂਦਾ ਹੈ। ਮਾਰਚ 1761 ਨੂੰ ਅਬਦਾਲੀ ਮੁੜਦਾ ਹੈ। ਜਦੋਂ ਉਹ ਵਾਪਸ ਜਾਂਦਾ ਹੈ ਤੇ ਸਿੰਘ ਇਕੱਠੇ ਹੋ ਕੇ ਮਤਾ ਕਰਦੇ ਹੈ ਕਿ ਹਿੰਦੁਸਤਾਨ ਦੀ ਆਬਰੂ ਨੂੰ ਗਜ਼ਨੀ ਦੇ ਬਾਜ਼ਾਰਾਂ ਵਿੱਚ ਟਕੇ ਨੂੰ ਨਹੀਂ ਵਿਕਣ ਦੇਣਾ। ਇਸ ਜਿਹੜੀਆਂ 2200 ਬਹੁ ਬੇਟੀਆਂ ਨੂੰ ਬੰਨ੍ਹ ਕੇ ਲੈ ਕੇ ਜਾ ਰਿਹਾ ਹੈ, ਇਹਨਾਂ ਨੂੰ ਵੀ ਛਡਾਉਣਾ ਹੈ ਤੇ ਭਾਰਤ ਦੀ ਲੁੱਟੀ ਹੋਈ ਧਨ ਦੌਲਤ ਵੀ ਜਿਹੜੀ ਹੈ ਇਹਦੇ ਕੋਲੋਂ ਲੁੱਟ ਰਹੀ ਹੈ। ਜਿਸ ਵੇਲੇ ਗੋਇੰਦਵਾਲ ਦੇ ਪੱਤਣ ਤੋਂ
ਦਰਿਆ ਬਿਆਸ ਪਾਰ ਕਰਦਾ ਹੈ, ਉੱਥੋਂ ਹੀ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਹੈ। ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹ ਸਿੰਘ ਸ਼ੁਕਰ ਚੱਕੀਆ ਦੀ ਅਗਵਾਈ ਦੇ ਵਿੱਚ ਸਿੰਘ ਰਾਤ ਨੂੰ ਹਮਲਾ ਬੋਲਦੇ ਨੇ। ਜਿੰਨਾ ਨੁਕਸਾਨ ਉਹਦਾ ਹੋ ਸਕਦਾ ਉਹ ਉਹਦੇ ਕੋਲੋਂ ਸਮਾਨ ਖੋਹਦੇ ਨੇ, ਵਾਪਸ ਚਲੇ ਜਾਂਦੇ ਨੇ। ਬਹੁਤਾ ਜਿਹੜੀਆਂ ਲੜਕੀਆਂ ਵਾਲੀ ਗੱਲ ਆ 2200, ਉਹ ਗੋਇੰਦਵਾਲ ਦਾ ਪੱਤਣ ਪਾਰ ਕਰਨ ਸਮੇਂ ਅਹਿਮਦ ਸ਼ਾਹ ਅਬਦਾਲੀ ਪਾਸੋਂ ਛੁਡਾ ਲਈਆਂ ਜਾਂਦੀਆਂ। ਗੱਡਿਆਂ ਤੇ ਬਿਠਾਲ ਕੇ 12 ਵਜੇ ਰਾਤ ਨੂੰ ਹਮਲਾ ਕਰਦੇ ਸਨ ਸਿੰਘ ਅਬਦਾਲੀ ਦੇ ਉੱਤੇ। ਤੇ ਇਸੇ ਕਰਕੇ ਉਹ 12 ਵਜੇ ਵਾਲੀ ਗੱਲ ਜਦੋਂ ਜੁੜੀ ਹੋਈ ਹੈ, ਅੱਜ ਨਫ਼ਰਤ ਦੇ ਨਾਲ ਬਹੁਤ ਵਾਰੀ ਕਿਹਾ ਜਾਂਦਾ ਕਿ ਸਿੰਘਾਂ ਦੇ 12 ਵੱਜ ਗਏ, ਪਰ ਅਸਲੀਅਤ ਇਹ ਹੈ ਕਿ 12 ਵਜੇ ਸਿੰਘ ਹਿੰਦੁਸਤਾਨ ਦੀਆਂ ਲੁੱਟੀਆਂ ਹੋਈਆਂ ਬਹੁ ਬੇਟੀਆਂ ਨੂੰ ਅਬਦਾਲੀ ਦੀ ਕੈਦ ਵਿੱਚੋਂ ਛੁਡਾ ਕੇ ਆਜ਼ਾਦ ਕਰਵਾਉਂਦੇ ਹੁੰਦੇ ਸਨ। ਉਹਨਾਂ 2200 ਲੜਕੀਆਂ ਨੂੰ ਜੱਸਾ ਸਿੰਘ ਆਹਲੂਵਾਲੀਆ ਦੀ ਹੁਕਮਾਂ ਦੇ ਮੁਤਾਬਕ ਉਹਨਾਂ ਦੇ ਘਰਾਂ ਦੇ ਵਿੱਚ ਵਾਪਸ ਭੇਜਿਆ ਗਿਆ। ਬਹੁਤ ਸਾਰੀਆਂ ਲੜਕੀਆਂ ਨੂੰ ਉਹਨਾਂ ਦੇ ਘਰਾਂ ਵਾਲਿਆਂ ਨੇ ਸਵੀਕਾਰ ਕਰਨ ਤੋਂ ਜਵਾਬ ਦੇ ਦਿੱਤਾ ਹੈ, ਇਹ ਮੁਸਲਮਾਨਾਂ ਦੀ ਕੈਦ ਵਿੱਚ ਰਹਿ ਚੁੱਕੀਆਂ ਨੇ, ਇਹ ਭਿੱਟ ਗਈਆਂ ਨੇ, ਇਹ ਸਾਡੇ ਪਰਿਵਾਰ ਦਾ ਹਿੱਸਾ ਨਹੀਂ ਬਣ ਸਕਦੀਆਂ। ਉਹ ਵਾਪਸ ਸਿੰਘਾਂ ਨੇ ਲਿਆਂਦੀਆਂ ਤੇ ਉੱਥੇ ਇਤਿਹਾਸਕ ਹਵਾਲੇ ਮਿਲਦੇ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਨੌਜਵਾਨਾਂ ਨੂੰ ਬੰਗਾਰ ਪਾਈ, ਇਹ ਭਾਰਤ ਦੀਆਂ ਬੇਟੀਆਂ ਨੇ, ਉੱਠੋ ਹੁਣ ਆਪਣੇ ਆਪਣੇ ਥਾਂ ਤੋਂ ਤੇ ਇਹਨਾਂ ਦੇ ਨਾਲ ਆਨੰਦ ਕਾਰਜ ਕਰਵਾਓ। ਬਹੁਤ ਸਾਰੀਆਂ ਉਹ ਲੜਕੀਆਂ ਸਿੰਘਾਂ ਦੇ ਨਾਲ ਆਨੰਦ ਕਾਰਜ ਕਰਵਾ ਕੇ ਪੰਜਾਬ ਦੇ ਵਿੱਚ ਵਸ ਗਈਆਂ। ਇਹਦੇ ਨਾਲ ਜਿੱਥੇ ਜੱਸਾ ਸਿੰਘ ਆਹਲੂਵਾਲੀਆ ਤੇ ਸਿੱਖ ਸਰਦਾਰਾਂ ਦਾ ਤੇ ਬਾਕੀ ਸਿੰਘਾਂ ਦਾ ਕਿਰਦਾਰ ਦੀ ਸਿਫਤ ਪੂਰੇ ਹਿੰਦੁਸਤਾਨ ਦੇ ਵਿੱਚ ਹੋਈ, ਜੱਸਾ ਸਿੰਘ ਆਹਲੂਵਾਲੀਆ ਨੂੰ ਬੰਦੀ ਛੋੜ ਦਾ ਨਾਮ ਦਿੱਤਾ ਗਿਆ ਹੈ, ਉਹਦੇ ਨਾਲ ਹੀ ਇੱਕ ਸਿਧਾਂਤਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਇਆ, ਜਿਹਦੇ ਵੱਲ ਸਾਡਾ ਧਿਆਨ ਬਹੁਤ ਘਟ ਗਿਆ ਹੈ। ਅੱਜ ਮੈਂ ਹਵਾਲੇ ਮਾਤਰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ। ਉਹ ਲੜਕੀਆਂ ਜਿਹੜੀਆਂ ਹਿੰਦੂ ਵਿਸ਼ਵਾਸਾਂ ਵਾਲੇ ਪਰਿਵਾਰਾਂ ਦੇ ਵਿੱਚ ਪੈਦਾ ਹੋ ਕੇ ਜੰਮੀਆਂ ਪਲੀਆਂ ਸਨ, ਉਹਨਾਂ ਨੇ ਜਦੋਂ ਸਿੰਘਾਂ ਦੇ ਘਰ ਦੇ ਵਿੱਚ ਆਨੰਦ ਕਾਰਜ ਕਰਵਾ ਕੇ ਆਈਆਂ ਤੇ ਸਿੰਘ ਤੇ ਜੰਗਲਾਂ ਦੇ ਵਿੱਚ ਜਾ ਕੇ ਜੂਝਦੇ ਸਨ। ਪਰਿਵਾਰਾਂ ਨੂੰ ਤਾਂ ਬੀਬੀਆਂ ਹੀ ਸੰਭਾਲਦੀਆਂ ਸਨ, ਪਰ ਜਿਹੋ ਜਿਹਾ ਉਹਨਾਂ ਦੇ ਵਿਸ਼ਵਾਸ ਸਨ, ਉਹਨਾਂ ਵਿਸ਼ਵਾਸਾਂ ਦੇ ਮੁਤਾਬਕ ਹੀ ਉਹ ਆਪਣੀ ਜਿਹੜੀ ਸੋਚ ਸੀ ਬ੍ਰਾਹਮਣਵਾਦੀ ਸੋਚ, ਉਹਨੂੰ ਵੀ ਸਿੱਖ ਪਰਿਵਾਰਾਂ ਦੇ ਵਿੱਚ ਲੈ ਆਈਆਂ। ਮੈਂ ਆਪਣੇ ਤੌਰ ਤੇ ਏਦਾਂ ਮਹਿਸੂਸ ਕਰਦਾ ਹਾਂ ਕਿ ਸਾਡੇ ਵਿੱਚ ਬ੍ਰਾਹਮਣਵਾਦ ਦਾ ਜਿਹੜਾ ਬੂਟਾ ਲੱਗਿਆ ਹੈ, ਇਹ 1761 ਦੇ ਵਿੱਚ ਉਸ ਵੇਲੇ ਦੀਆਂ ਜਿਹੜੀਆਂ ਛੁਡਾਈਆਂ ਹੋਈਆਂ ਲੜਕੀਆਂ ਸੀ, ਜਿਹੜੀਆਂ ਸਿੱਖ ਪਰਿਵਾਰਾਂ ਵਿੱਚ ਆਈਆਂ, ਉਥੋਂ ਉਹਦੀ ਜਾਗ ਲੱਗੀ ਹੈ, ਉਹਦੀ ਆਰੰਭਤਾ ਹੋਈ ਹੈ, ਮੇਰਾ ਇਹ ਮੰਨਣਾ ਹੈ। ਜਦੋਂ ਅਹਿਮਦ ਸ਼ਾਹ ਅਬਦਾਲੀ ਸਾਰਾ ਨੁਕਸਾਨ ਕਰਵਾ ਕੇ ਪੂਰੀ ਤਰ੍ਹਾਂ ਇਸ ਛੋਟੀ ਜਿਹੀ ਕੌਮ ਕੋਲੋਂ ਬੇਇੱਜ਼ਤ ਹੋ ਕੇ ਵਾਪਸ ਕਾਬਲ ਨੂੰ ਜਾਣਾ ਉਹਦੀ ਮਜਬੂਰੀ ਬਣ ਜਾਂਦੀ ਹੈ, ਕਾਬਲ ਨੂੰ ਚਲੇ ਜਾਂਦਾ ਹੈ, ਤੇ ਇਧਰੋਂ ਸਿੰਘ ਦੁਆਰਾ ਫਿਰ ਉੱਠ ਪੈਂਦੇ ਨੇ ਤਾਕਤ ਪਕੜ ਕੇ। ਮਾਰਚ 1761 ਨੂੰ ਉਹ ਮੁੜਦਾ ਹੈ ਤੇ ਸਤੰਬਰ 1761 ਨੂੰ ਸਿੰਘ ਲਾਹੌਰ ਤੇ ਦੁਆਰਾ ਕਬਜ਼ਾ ਕਰ ਲੈਂਦੇ ਨੇ। ਕਬਜ਼ਾ ਕਰਕੇ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਉਲ ਕੌਮ ਦਾ ਖਿਤਾਬ ਦੇ ਦਿੰਦੇ ਨੇ ਤੇ ਜੱਸਾ ਸਿੰਘ ਆਹਲੂਵਾਲੀਆ 1710 ਤੋਂ ਬਾਅਦ ਦੁਆਰਾ ਸਿੱਕਾ ਜਾਰੀ ਕਰਦਾ ਹੈ, ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਜ਼ਾਫਤ ਅਜ਼ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਉਹ ਸਿੱਕਾ ਦੁਆਰਾ ਜਾਰੀ ਕਰਦਾ ਹੈ ਤੇ ਲਾਹੌਰ ਦੇ ਉੱਤੇ ਸਿੰਘਾਂ ਦਾ ਬਕਾਇਦਾ ਤੌਰ ਦੇ ਉੱਤੇ ਕਬਜ਼ਾ ਹੋ ਜਾਂਦਾ ਹੈ, ਸਿੱਖ ਰਾਜ ਪੰਜਾਬ ਦੇ ਵਿੱਚ ਕਾਇਮ ਹੋ ਜਾਂਦਾ ਹੈ। ਤੇ ਦੀਵਾਲੀ 1761 ਨੂੰ ਸਿੰਘ ਲਾਹੌਰ ਤੇ ਕਬਜ਼ਾ ਕਰਨ ਤੋਂ ਬਾਅਦ ਗੁਰਮਤਾ ਕਰਦੇ ਨੇ ਕਿ ਉਹਨਾਂ ਲੋਕਾਂ ਨੂੰ ਸੋਧਿਆ ਜਾਏ ਜਿਹੜੇ ਅਬਦਾਲੀ ਦੇ ਹਮਲੇ ਸਮੇਂ ਅਬਦਾਲੀ ਦੀ ਮਦਦ ਕਰਦੇ ਹੈ। ਰਾਜਨੀਤਿਕ ਤੌਰ ਤੇ ਇਹ ਉਹ ਸਮਾਂ ਹੈ ਜਿਸ ਵੇਲੇ ਭਾਰਤ ਦੇ ਵਿੱਚ ਦਿੱਲੀ ਵੱਲੋਂ ਕੋਈ ਖਤਰਾ ਬਾਕੀ ਨਹੀਂ ਬਚਿਆ। ਬੇਸ਼ੱਕ ਲਾਹੌਰ ਦੇ ਵਿੱਚ ਜ਼ੈਨ ਖਾਨ ਸੂਬੇਦਾਰ ਹੈ ਜਿਹੜਾ, ਉਹ ਅਹਿਮਦ ਸ਼ਾਹ ਅਬਦਾਲੀ ਦਾ ਨਿਯਤ ਕੀਤਾ ਹੋਇਆ ਹੈ, ਪਰ ਦਿੱਲੀ ਤੋਂ ਜਿਵੇਂ ਪਹਿਲਾਂ ਮੁਗਲਾਂ ਦੀ ਫੌਜ ਆਉਂਦੀ ਸੀ ਉਹਦਾ ਕੋਈ ਖਤਰਾ ਨਾ ਰਿਹਾ, ਤੇ ਸਿੰਘਾਂ ਨੇ ਆਪਣੀ ਤਾਕਤ ਵਧਾਉਣ ਵਾਸਤੇ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਲੋਕ ਅਹਿਮਦ ਸ਼ਾਹ ਅਬਦਾਲੀ ਦਾ ਸਹਿਯੋਗ ਕਰਦੇ ਹੈ ਉਹਨਾਂ ਨੂੰ ਸੋਧਿਆ ਜਾਏ। ਤੇ ਉਹਦੇ ਵਿੱਚ ਜੰਡਿਆਲੇ ਦਾ ਅਕਲਦਾਸ ਤੇ ਹਰਭਗਤ ਨਿਰੰਜਣੀਆ, ਜਿਹੜਾ ਅਹਿਮਦ ਸ਼ਾਹ ਦੁਰਾਨੀ ਦਾ ਖਾਸਮ ਖਾਸ ਹੈ, ਉਹਨੂੰ ਆ ਕੇ ਘੇਰ ਲੈਂਦੇ ਨੇ। ਜਦੋਂ ਉਹਨੂੰ ਘੇਰਾ ਪਾਉਂਦੇ ਹੈ ਤੇ ਉਧਰੋਂ ਅਹਿਮਦ ਸ਼ਾਹ ਅਬਦਾਲੀ ਕਾਬਲ ਦੇ ਵਿੱਚ ਸਿੰਘਾਂ ਤੋਂ ਬਦਲਾ ਲੈਣ ਵਾਸਤੇ ਸੋਚਦਾ ਹੈ। ਇਹ ਆਕਲਦਾਸ ਤੇ ਹਰਭਗਤ
ਅਹਿਮਦ ਸ਼ਾਹ ਅਬਦਾਲੀ ਨੂੰ ਗੁਪਤ ਸੁਨੇਹਾ ਭੇਜਦੇ ਹੈ ਕਿ ਵਾਪਸ ਪੰਜਾਬ ਦੇ ਉੱਤੇ ਹਮਲਾਵਰ ਬਣ ਕੇ ਆ ਤੇ ਇਹਨਾਂ ਸਿੱਖੜਿਆਂ ਨੂੰ ਸਬਕ ਸਿਖਾ ਜਿਨ੍ਹਾਂ ਨੇ ਸਾਨੂੰ ਤੰਗ ਕੀਤਾ ਹੋਇਆ ਹੈ। ਉਹਦਾ ਸੁਨੇਹਾ ਪਹੁੰਚਦਿਆਂ ਹੀ ਅਹਿਮਦ ਸ਼ਾਹ ਅਬਦਾਲੀ ਫਿਰ 6ਵੀਂ ਵਾਰ ਭਾਰਤ ਉੱਤੇ ਹਮਲਾਵਰ ਬਣ ਕੇ ਆਉਂਦਾ ਹੈ ਤੇ ਉਹ ਜਿਹੜਾ ਹਮਲਾ ਹੈ ਉਹ ਸਿਰਫ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਹੈ। ਅਬਦਾਲੀ ਇੰਨੀ ਤੇਜ਼ੀ ਨਾਲ ਆਇਆ ਕਿ ਸਿੰਘਾਂ ਨੂੰ ਖਬਰ ਹੀ ਨਾ ਹੋਈ। ਇਹ ਜੰਡਿਆਲੇ ਨੂੰ ਘੇਰਾ ਪਾ ਕੇ ਬੈਠੇ ਨੇ। 12 ਮਿਸਲਾਂ ਨੇ ਉਸ ਵੇਲੇ, ਬਾਕੀ ਦੀਆਂ ਮਿਸਲਾਂ ਆਪਣੇ ਆਪਣੇ ਇਲਾਕੇ ਦੇ ਵਿੱਚ ਰੁੱਝੀਆਂ ਹੋਈਆਂ ਨੇ ਤੇ ਜੰਡਿਆਲੇ ਨੂੰ ਘੇਰਾ ਪਾਉਣ ਵਾਲੇ ਜੱਸਾ ਸਿੰਘ ਆਹਲੂਵਾਲੀਆ ਤੇ ਜਿਹੜਾ ਚੜ੍ਹਤ ਸਿੰਘ ਸ਼ੁਕਰ ਚੱਕੀਆ, ਇਹ 2 ਮਿਸਲਾਂ ਦੇ ਸਰਦਾਰ ਤੇ ਇਹਨਾਂ ਦੇ ਸਿੰਘ ਨੇ, ਇਹਨਾਂ ਦੀਆਂ ਫੌਜਾਂ ਨੇ, ਪਰਿਵਾਰ ਵੀ ਨਾਲ ਹੈ। ਤੇ ਅਚਾਨਕ ਹੀ 3 ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਅਚਾਨਕ ਬਾਹੋ ਦਾ ਹੀ ਲਾਹੌਰ ਪਹੁੰਚ ਜਾਂਦਾ ਹੈ। ਜਦੋਂ ਲਾਹੌਰ ਪਹੁੰਚਦਾ ਹੈ 30,000 ਘੋੜਸਵਾਰ ਫੌਜ ਹੈ ਅਹਿਮਦ ਸ਼ਾਹ ਅਬਦਾਲੀ ਦੇ ਕੋਲ। ਉਹ ਕੋਈ ਭਾਰੀ ਤੋਪਾਂ ਨਹੀਂ ਖਿੱਚਦਾ, ਪੈਦਲ ਸਿਪਾਹੀ ਵੀ ਨਹੀਂ ਹਨ ਉਹਦੇ ਨਾਲ। ਤੇ ਲਾਹੌਰ ਤੋਂ ਜ਼ੈਨ ਖਾਨ ਨੂੰ ਸੁਨੇਹਾ ਭੇਜਦਾ ਹੈ। ਇਧਰੋਂ ਸਿੰਘਾਂ ਨੂੰ ਜਦੋਂ ਪਤਾ ਲੱਗਦਾ ਕਿ ਅਹਿਮਦ ਸ਼ਾਹ ਅਬਦਾਲੀ ਕਾਬਲ ਤੋਂ ਤੁਰਿਆ ਹੋਇਆ ਹੈ, ਇਹ ਆਪਣੇ ਪਰਿਵਾਰਾਂ ਨੂੰ ਸੇਫ ਜਗ੍ਹਾ ਤੇ, ਸੁਰੱਖਿਅਤ ਥਾਂ ਤੇ ਪਹੁੰਚਾਉਣ ਵਾਸਤੇ ਮਾਲਵੇ ਵੱਲ ਦਾ ਰੁਖ ਕਰਦੇ ਹੈ। ਮਾਲਵੇ ਤੋਂ ਹੋ ਕੇ ਗਾਂ ਬੀਕਾਨੇਰ ਦੇ ਮਾਰੂਥਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹੈ ਤੇ ਅਹਿਮਦ ਸ਼ਾਹ ਅਬਦਾਲੀ ਮਾਰੋ ਮਾਰ ਕਰਦਾ ਹੈ। 3 ਫਰਵਰੀ ਨੂੰ ਲਾਹੌਰ ਪਹੁੰਚਦਾ ਹੈ ਤੇ 5 ਫਰਵਰੀ ਨੂੰ ਮਲੇਰਕੋਟਲੇ ਦੇ ਲਾਗੇ ਕੁੱਪ ਹਰੀੜੇ ਦੇ ਮੈਦਾਨ ਦੇ ਵਿੱਚ ਉਹ ਸਿੰਘਾਂ ਦੇ ਬਹੀਰ ਨੂੰ ਘੇਰ ਲੈਂਦਾ ਹੈ। ਉਸ ਬਹੀਰ ਦੇ ਵਿੱਚ ਲੜਾਕੇ ਸਿੰਘ ਵੀ ਨੇ, ਬੱਚੇ ਵੀ ਨੇ, ਬੀਬੀਆਂ ਵੀ ਆ ਤੇ ਬਜ਼ੁਰਗ ਵੀ ਨੇ, ਸਾਰੇ ਪਰਿਵਾਰ ਨੇ ਉਹਨਾਂ ਦੇ ਨਾਲ। ਤੇ ਪਰਿਵਾਰਾਂ ਨੂੰ ਨਾਲ ਲੈ ਕੇ ਉਹ ਬਹੀਰ ਤੁਰ ਰਿਹਾ ਹੈ। ਜੇ ਸਿਰਫ ਲੜਾਕੇ ਹੀ ਹੁੰਦੇ ਤੇ ਉਹ ਡਟ ਕੇ ਮੁਕਾਬਲਾ ਕਰ ਸਕਦੇ ਸਨ, ਪਰ ਉਹਨਾਂ ਦੀ ਜ਼ਿੰਮੇਵਾਰੀ ਆਪਣੇ ਪਰਿਵਾਰਾਂ ਨੂੰ ਬਚਾਉਣ ਦੀ ਵੀ ਸੀ। ਜਿਸ ਵੇਲੇ ਮਲੇਰਕੋਟਲੇ ਦੇ ਕੋਲ ਇਹ ਬਹੀਰ ਪਹੁੰਚਦਾ ਹੈ ਤੇ ਮੋਹਰਿਓਂ ਜ਼ੈਨ ਖਾਨ ਸੂਬਾ ਸਰਹੰਦ ਆ ਜਿਹੜਾ, ਉਹ ਆਪਣੇ ਤੋਪਖਾਨਾ ਤੇ 20,000 ਸਿਪਾਹੀ ਲੈ ਕੇ ਸਿੰਘਾਂ ਦਾ ਰਾਹ ਰੋਕਦਾ ਹੈ। ਇਹ ਉਹਦੇ ਨਾਲ ਲੜਦੇ ਹੈ ਤੇ ਪਿੱਛੋਂ ਅਹਿਮਦ ਸ਼ਾਹ ਅਬਦਾਲੀ ਆਪਣੀ ਤਰੋ ਤਾਜ਼ਾ 30,000 ਘੋੜਸਵਾਰ ਫੌਜ ਲੈ ਕੇ ਉਹਨਾਂ ਨੂੰ ਘੇਰਾ ਪਾ ਲੈਂਦਾ ਹੈ। ਕੌਮ ਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸ਼ੁਕਰ ਚੱਕੀਆ ਇਹ ਫੈਸਲਾ ਕਰਦੇ ਹੈ ਕਿ ਇੱਥੇ ਡਟ ਕੇ ਮੁਕਾਬਲਾ ਕਰਨ ਦੀ ਬਜਾਏ ਆਪਣੇ ਪਰਿਵਾਰਾਂ ਦੀ ਰੱਖਿਆ ਕੀਤੀ ਜਾਏ। ਉਹਨਾਂ ਨੂੰ ਇੱਕ ਘੇਰੇ ਦੇ ਵਿੱਚ ਲੈ ਕੇ ਆਸ-ਪਾਸ ਚੌਹੀਂ ਪਾਸੇ ਨੌਜਵਾਨ ਤੇ ਲੜਾਕੇ ਸਿੰਘ ਜਿਹੜੇ ਹੈ ਉਹ ਫੌਜਾਂ ਦਾ ਮੁਕਾਬਲਾ ਕਰਨ। ਕਈ ਮੀਲ ਉਹ ਲੜਦੇ ਲੜਦੇ ਇਸੇ ਤਰੀਕੇ ਦੇ ਨਾਲ ਘੇਰੇ ਪਏ ਦੇ ਵਿੱਚ ਹੀ ਉਹ ਰਾਜਸਥਾਨ ਵੱਲ ਨੂੰ ਤੁਰੇ ਜਾਂਦੇ ਨੇ। ਬਹੁਤ ਲੜਾਈ ਹੋਈ। ਜਿਸ ਵੇਲੇ ਸਿੱਖ ਆਪਣੇ ਪਰਿਵਾਰਾਂ ਦੀ ਰਾਖੀ ਦਾ ਵੀ ਧਿਆਨ ਰੱਖ ਰਹੇ ਹੈ ਕਿ ਉਹਨਾਂ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ, ਤੇ ਅਹਿਮਦ ਸ਼ਾਹ ਅਬਦਾਲੀ ਸਿਰਫ ਜ਼ੈਨ ਖਾਨ ਤੇ ਅਹਿਮਦ ਸ਼ਾਹ ਅਬਦਾਲੀ ਉਹਨਾਂ ਨੂੰ ਮਾਰਨ ਦੇ ਵਾਸਤੇ ਤੁਲਿਆ ਹੋਇਆ ਹੈ। ਉਹਦੇ ਸਾਹਮਣੇ ਇੱਕ ਹੀ ਨਿਸ਼ਾਨਾ ਹੈ ਕਿ 1746 ਦੇ ਲਖਪਤ ਰਾਏ ਵਾਂਗੂ ਸਿੰਘਾਂ ਦਾ ਬੀ ਨਾਸ ਕਰਨਾ ਹੈ। ਅੱਜ ਇਹਨਾਂ ਦੀ ਹੋਂਦ ਖਤਮ ਕਰ ਦੇਣੀ ਹੈ। ਅੱਜ ਇਹਨਾਂ ਨੂੰ ਐਸਾ ਸਬਕ ਸਿਖਾਉਣਾ ਹੈ ਕਿ ਇਹ ਮੁੱਠੀ ਭਰ ਸਿੰਘ ਮੈਨੂੰ 2 ਲੱਖ ਨੂੰ ਹਰਾ ਕੇ ਦਿੱਲੀ ਦੇ ਵਿੱਚੋਂ ਲੁੱਟ ਮਾਰ ਕਰਕੇ ਮਰਾਠਿਆਂ ਦਾ ਲੱਕ ਤੋੜ ਕੇ ਮੈਂ ਵਾਪਸ ਜਾਣਾ ਹੈ ਤੇ ਪੰਜਾਬ ਦੇ ਵਿੱਚੋਂ ਲੰਘਣ ਸਮੇਂ ਇਹ ਮੁੱਠੀ ਭਰ ਲੋਕ ਮੇਰਾ ਜਿਉਣਾ ਹਰਾਮ ਕਰ ਦਿੰਦੇ ਹੈ। ਮੈਂ ਇਹਨਾਂ ਨੂੰ ਅੱਜ ਸਬਕ ਸਿਖਾਉਣਾ ਹੈ ਤੇ ਸਬਕ ਸਿਖਾਉਣ ਦੇ ਲਈ ਉਹ ਵੱਧ ਤੋਂ ਵੱਧ ਨੁਕਸਾਨ ਕਰਨ ਦੀ ਨੀਅਤ ਦੇ ਨਾਲ ਸਿੰਘਾਂ ਦੇ ਨਾਲ ਲੜਾਈ ਲੜਦਾ ਹੈ, ਇਹ ਕਤਲੇਆਮ ਕਰਦਾ ਹੈ। ਤੇ ਘੱਲੂਘਾਰੇ ਦਾ ਮਤਲਬ ਵੀ ਕਤਲੇਆਮ ਹੈ। ਜਦੋਂ ਉਹਦਾ ਸਾਰਾ ਕੁਝ ਖਤਮ ਕਰਨਾ ਹੋਵੇ ਉਹਨੂੰ ਹੀ ਘੱਲੂਘਾਰਾ ਕਿਹਾ ਜਾਂਦਾ ਹੈ। ਤੇ ਅਹਿਮਦ ਸ਼ਾਹ ਅਬਦਾਲੀ ਸ਼ਾਮ ਪੈਣ ਤੱਕ ਸਿੰਘਾਂ ਦਾ ਕਤਲੇਆਮ ਕਰਦਾ ਰਿਹਾ। ਸ਼ਾਮ ਪਈ, ਲੜਾਈ ਬੰਦ ਹੋਈ। ਮੈਦਾਨ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦੇ ਨਾਲ ਭਰਿਆ ਹੋਇਆ ਹੈ, ਜ਼ਖਮੀਆਂ ਦੇ ਨਾਲ ਭਰਿਆ ਹੋਇਆ ਹੈ। ਇੱਥੋਂ ਤੱਕ ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਦੇ ਉੱਤੇ 22 ਜ਼ਖਮ ਨੇ, ਚੜ੍ਹਤ ਸਿੰਘ ਸ਼ੁਕਰ ਚੱਕੀਆ ਦੇ ਸਰੀਰ ਦੇ ਉੱਤੇ 19 ਜ਼ਖਮ ਨੇ। ਤੇ ਇਹ ਜਿਹੜਾ ਪ੍ਰਾਚੀਨ ਪੰਥ ਪ੍ਰਕਾਸ਼ ਵਾਲਾ ਰਤਨ ਸਿੰਘ ਭੰਗੂ ਲਿਖਦਾ ਹੈ ਇੱਥੇ ਭਈ ਉਸ ਲੜਾਈ ਦੇ ਵਿੱਚ ਪ੍ਰਾਚੀਨ ਪੰਥ ਪ੍ਰਕਾਸ਼ ਜਿਹੜਾ 1841 ਨੂੰ ਪਬਲਿਸ਼ ਹੁੰਦਾ ਹੈ, ਉਹਦੇ ਵਿੱਚ ਲਿਖਦਾ ਰਤਨ ਸਿੰਘ ਭੰਗੂ, ਕਿਉਂਕਿ ਉਹਦੇ ਪਿਤਾ ਤੇ ਉਹਦੇ ਚਾਚਾ ਇਸ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਨ,
ਉਹ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ 30,000 ਲਿਖਦਾ ਹੈ ਕਿ ਇੱਕ ਦਿਨ ਦੇ ਵਿੱਚ 30,000 ਸਿੰਘ ਇਸ ਘੱਲੂਘਾਰੇ ਦੇ ਵਿੱਚ ਸ਼ਹੀਦ ਹੋਏ। ਦੂਜੇ ਪਾਸਿਓਂ ਅਫਗਾਨਿਸਤਾਨ ਤੋਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਇਆ ਹੋਇਆ ਕਾਜ਼ੀ ਥਾਮਸਦੀਨ, ਜਿਹੜਾ ਥਾਮਸਨਾਮਾ ਦੇ ਵਿੱਚ ਲਿਖਦਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 20,000 ਤੋਂ ਲੈ ਕੇ 50,000 ਤੱਕ ਸੀ। ਅਸੀਂ ਇਤਿਹਾਸਕ ਸਰੋਤਾਂ ਨੂੰ ਧਿਆਨ 'ਚ ਰੱਖ ਕੇ ਤਕਰੀਬਨ 30,000 ਸ਼ਹੀਦਾਂ ਦੀ ਗਿਣਤੀ ਮੰਨਦੇ ਹਾਂ। ਜਿਸ ਵੇਲੇ ਇੰਨੀ ਵੱਡੀਆਂ ਸ਼ਹਾਦਤਾਂ ਹੋ ਚੁੱਕੀਆਂ ਸੀ ਤੇ ਕੌਮ ਦੇ ਜਰਨੈਲ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਸਨ, ਰਤਨ ਸਿੰਘ ਭੰਗੂ ਜੀ ਇੱਕ ਜਗ੍ਹਾ ਹਵਾਲਾ ਦਿੰਦੇ ਹੈ ਕਿ ਕਿਉਂਕਿ ਜੱਸਾ ਸਿੰਘ ਆਹਲੂਵਾਲੀਏ ਬਹੁਤ ਤਕੜੇ ਸਰੀਰ ਵਾਲੇ ਸਨ ਤੇ ਕੁਝ ਘੰਟਿਆਂ ਬਾਅਦ ਹੀ ਉਹਨਾਂ ਦਾ ਘੋੜਾ ਬਦਲਣਾ ਪੈਂਦਾ ਹੁੰਦਾ ਸੀ, ਘੋੜਾ ਥੱਕ ਜਾਂਦਾ ਸੀ ਤੇ ਸੇਵਾਦਾਰ ਕੁਝ ਘੰਟਿਆਂ ਵਾਸਤੇ ਉਹਨਾਂ ਦਾ ਜਿਹੜਾ ਘੋੜਾ ਹੈ ਉਹ ਬਦਲ ਦਿੰਦਾ ਹੁੰਦਾ ਸੀ। ਤੇ ਉਸ ਦਿਨ ਲੜਾਈ ਦੇ ਵਿੱਚ ਘੋੜਾ ਬਦਲਣ ਵਾਸਤੇ ਵੀ ਕਿਸੇ ਪਾਸ ਸਮਾਂ ਨਹੀਂ ਸੀ। ਦੁਪਹਿਰੋਂ ਬਾਅਦ ਜਿਸ ਵੇਲੇ ਜੱਸਾ ਸਿੰਘ ਆਹਲੂਵਾਲੀਏ ਦਾ ਘੋੜਾ ਥੱਕ ਕੇ ਮੈਦਾਨ ਦੇ ਵਿੱਚ ਖੜ ਗਿਆ ਤੇ ਉਹਦਾ ਸੇਵਾਦਾਰ ਸੋਟੀ ਮਾਰ ਕੇ ਘੋੜੇ ਨੂੰ ਤੋੜਨ ਲੱਗਾ ਜਿਸ ਵੇਲੇ, ਤੇ ਕਹਿੰਦੇ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਸੇਵਾਦਾਰ ਨੂੰ ਰੋਕ ਦਿੱਤਾ, ਇਹ ਨਾ ਗਲਤੀ ਕਰੀ ਕਿਤੇ ਅਹਿਮਦ ਸ਼ਾਹ ਅਬਦਾਲੀ ਕਿਤੇ ਇਹ ਨਾ ਸਮਝੇ ਕਿ ਸਿੰਘਾਂ ਦਾ ਜਰਨੈਲ ਮੈਦਾਨੇ ਜੰਗ ਦੇ ਵਿੱਚੋਂ ਆਪਣੇ ਘੋੜੇ ਨੂੰ ਸੋਟੀਆਂ ਨਾਲ ਦੌੜਾ ਕੇ ਦੌੜ ਗਿਆ, ਇਸ ਕਰਕੇ ਅੱਜ ਇਹ ਕੰਮ ਨਹੀਂ ਕਰਨਾ। ਇੰਨੀ ਗਹਿ ਗੱਚ ਲੜਾਈ ਹੋਣ ਤੋਂ ਬਾਅਦ, ਇੰਨਾ ਨੁਕਸਾਨ ਸਾਰੇ ਦਿਨ 'ਚ ਹੋਣ ਤੋਂ ਬਾਅਦ, ਜਿਸ ਵੇਲੇ ਸ਼ਾਮ ਨੂੰ ਸੋਦਰ ਦਾ ਪਾਠ ਕਰਦੇ ਨੇ ਸਿੰਘ, ਆਪਣੇ ਨਿਤਨੇਮ ਨਾਲ ਜੁੜੇ ਹੋਏ ਨੇ, ਤੇ ਉਸ ਵੇਲੇ ਇੱਕ ਸਿੰਘ ਮੈਦਾਨੇ ਜੰਗ ਦੇ ਵਿੱਚ ਸਾਫਾ ਘੁਮਾ ਕੇ ਕਹਿ ਰਿਹਾ, ਤਤ ਖਾਲਸਾ ਰਹਿ ਗਇਓ ਸੋ ਖੋਟ ਗਵਾਏ। ਭਈ ਖੋਟ ਝੜ ਗਿਆ, ਹੁਣ ਤਾਂ ਤਤ ਖਾਲਸਾ ਹੀ ਬਚਿਆ। ਇਹਦਾ ਮਤਲਬ ਇਹ ਨਹੀਂ ਕਿ ਸ਼ਹੀਦ ਹੋਣ ਵਾਲੇ ਜਿਹੜੇ ਸਨ ਸਿੰਘ ਉਹ ਸਾਰੇ ਖੋਟ ਸੀ, ਨਹੀਂ, ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਸੀ। ਇੰਨਾ ਨੁਕਸਾਨ ਕਰਵਾ ਕੇ ਵੀ, ਇੰਨਾ ਨੁਕਸਾਨ ਜਿਸ ਵੇਲੇ ਜਿਸ ਕੌਮ ਦਾ ਹੋ ਜਾਏ ਤੇ ਉਹ ਵੀ ਸ਼ਾਮ ਨੂੰ ਰਹਿਰਾਸ ਦੇ ਪਾਠ ਤੋਂ ਬਾਅਦ ਇਸ ਤਰੀਕੇ ਦੇ ਨਾਅਰੇ ਮਾਰੇ, ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੜ੍ਹਦੀ ਕਲਾ ਦੀ ਨਿਸ਼ਾਨੀ ਸੀ। ਜਿਹੜਾ ਸਿੰਘਾਂ ਦਾ ਕਾਮਯਾਬੀ ਦਾ ਰਾਜ ਸੀ ਇਹਦੇ ਵਿੱਚ, ਉਹ ਉਹਨਾਂ ਦੀ ਜਿਹੜੀ ਖਾਲਸਾਈ ਕਿਰਦਾਰ ਹੈ, ਉਹਨਾਂ ਦਾ ਇੱਕ ਰਹਿਤ ਬਹਿਤ ਵਾਲਾ ਜਿਹੜਾ ਸਿੱਖੀ ਜੀਵਨ ਹੈ, ਉਹਦੇ ਤਹਿਤ ਤੇ ਆਪਸ ਦੇ ਵਿੱਚ ਇੱਕ ਦੂਸਰੇ ਦੀ ਮਦਦ ਕਰਨ ਦੀ ਭਾਵਨਾ, ਇੱਕ ਦੂਸਰੇ ਤੋਂ ਮਰ ਮਿਟਣ ਦੀ ਭਾਵਨਾ ਹੈ, ਤੇ ਜਿਹੜੀ ਸਾਹਮਣੇ ਮੁਸੀਬਤ ਆ ਪਈ ਹੈ ਉਹਨੂੰ ਆਪਣੇ ਖਿੜੇ ਮੱਥੇ ਉਹਦੇ ਨਾਲ ਉਹਨੂੰ ਸਵੀਕਾਰ ਕਰਨਾ, ਉਹਦਾ ਮੁਕਾਬਲਾ ਕਰਨਾ ਤੇ ਉਹ ਤੋਂ ਪਿੱਠ ਮੋੜ ਕੇ ਦੌੜਨਾ ਨਹੀਂ। ਅਹਿਮਦ ਸ਼ਾਹ ਅਬਦਾਲੀ ਉਹਨਾਂ ਨੂੰ ਮਾਰ ਕੇ 30,000 ਤੋਂ ਵੱਧ ਗਿਣਤੀ ਦੇ ਸਿੰਘਾਂ ਨੂੰ ਮਾਰ ਕੇ ਸਰਹੰਦ ਦਾ ਸੂਬੇਦਾਰ ਜ਼ੈਨ ਖਾਂ ਵਾਪਸ ਸਰਹੰਦ ਚਲੇ ਜਾਂਦਾ ਹੈ, ਤੇ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈ ਉਹ ਵਾਪਸ ਨਹੀਂ ਜਾਂਦਾ, ਫਿਰ ਹੋਰ ਕਿਤੇ ਵੀ ਨਹੀਂ ਜਾਂਦਾ, ਪਹਾੜਾਂ ਵੱਲ ਚਲੇ ਜਾਂਦਾ ਹੈ ਕਿ ਮੈਂ ਵੇਖਦਾ ਹਾਂ ਇਹ ਸਿੰਘ ਕਿਵੇਂ ਹੁਣ ਦੁਬਾਰਾ ਆਪਣਾ ਸਿਰ ਚੱਕਦੇ ਨੇ, ਮੈਂ ਹੁਣ ਵੇਖਦਾ ਹਾਂ ਕਿ ਅਜੇ ਵੀ ਕਿਸੇ ਜੋਗੇ ਰਹੇ ਨੇ ਕਿ ਨਹੀਂ ਰਹੇ। ਤੇ ਉਧਰ 5 ਫਰਵਰੀ ਨੂੰ ਇੰਨਾ ਨੁਕਸਾਨ ਹੁੰਦਾ ਹੈ ਤੇ ਜੁਲਾਈ 1762 ਨੂੰ, ਫਰਵਰੀ ਤੋਂ ਲੈ ਲਓ ਤੁਸੀਂ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, 5 ਮਹੀਨੇ ਬਾਅਦ, ਠੀਕ 5 ਮਹੀਨੇ ਬਾਅਦ ਸਿੰਘ ਦੁਆਰਾ ਜਥੇਬੰਦ ਹੋ ਕੇ ਸਰਹੰਦ ਤੇ ਹਮਲਾ ਕਰਕੇ ਜ਼ੈਨ ਖਾਨ ਨੂੰ ਮਾਰ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਾਹੌਰ ਨੂੰ ਜਾ ਘੇਰਾ ਪਾਉਂਦੇ ਨੇ। ਇੱਥੇ ਇੱਕ ਗੱਲ ਹੋਰ ਮੈਂ ਸਾਂਝੀ ਕਰਨੀ ਚਾਹੁੰਦਾ, ਤੁਸੀਂ ਸਾਰੇ ਸਿਆਣੇ ਹੋ। 1710 ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਖੁੱਲ੍ਹੇਆਮ ਬੰਗਾਰ ਕੇ ਵਜ਼ੀਰ ਖਾਨ ਨੂੰ ਹਾਰ ਦਿੱਤੀ ਸੀ, ਤੇ ਉਸ ਵੇਲੇ ਕਿਹਾ ਜਾਂਦਾ, ਅਸੀਂ ਅਕਸਰ ਇਹ ਗੱਲ ਵਰਤਦੇ ਹਾਂ ਕਿ ਵਜ਼ੀਰ ਖਾਨ ਨੂੰ ਮਾਰ ਕੇ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਇਤਿਹਾਸਕ ਤੌਰ ਤੇ ਇਹ ਹਵਾਲਾ ਠੀਕ ਨਹੀਂ ਹੈ। ਮੇਰਾ ਇਹ ਮੰਨਣਾ ਹੈ, ਮੇਰੇ ਜਿਹੜੇ ਧਿਆਨ 'ਚ ਨੇ ਹਵਾਲੇ, ਉਹਦੇ ਮੁਤਾਬਕ ਬੰਦਾ ਸਿੰਘ ਬਹਾਦਰ ਨੇ ਆਪਣੇ ਸਿੰਘਾਂ ਨੂੰ ਕਹਿ ਦਿੱਤਾ ਸੀ ਕਿ ਸਰਹੰਦ ਨਹੀਂ ਢਾਉਣੀ, ਅੱਜ ਮੈਂ ਖਾਲਸਾ ਰਾਜ ਦੀ ਨੀਂਹ ਰੱਖਣੀ ਹੈ ਤੇ ਖਾਲਸਾ ਰਾਜ ਦੀ ਨੀਂਹ ਖੰਡਰਾਂ ਦੇ ਉੱਤੇ ਨਹੀਂ ਰੱਖਣੀ। ਗੁਰੂ ਕਿਰਪਾ ਕਰੇਗਾ, ਸਾਨੂੰ ਦੁਆਰਾ ਸਮਾਂ ਬਣੇਗਾ, ਖਾਲਸੇ ਕੋ ਸਮਾਂ ਮਿਲੇਗਾ ਜਦੋਂ ਅਸੀਂ ਸੱਚਮੁੱਚ ਹੀ ਸਰਹੰਦ ਨੂੰ ਢਾਹ ਕੇ ਇਹਦੀਆਂ ਇੱਟਾਂ ਦਰਿਆ ਵਿੱਚ ਸੁੱਟਾਂਗੇ, ਪਰ ਅੱਜ ਨਹੀਂ ਢਾਉਣੀ। ਤੁਸੀਂ ਵਿਸ਼ਵਾਸ ਰੱਖੋ, ਗੁਰੂ ਤੁਹਾਨੂੰ ਸਮਾਂ ਦੇਵੇਗਾ ਬਦਲਾ ਲੈਣ ਦਾ। 1762 ਨੂੰ
ਜੁਲਾਈ 1762 ਨੂੰ ਜਿਸ ਵੇਲੇ ਆਹਲੂਵਾਲੀਏ ਸਰਦਾਰ ਦੀ ਅਗਵਾਈ ਦੇ ਵਿੱਚ ਸਰਹੰਦ ਦੇ ਜ਼ੈਨ ਖਾਨ ਨੂੰ ਮਾਰ ਕੇ ਸਰਹੰਦ ਉੱਤੇ ਕਬਜ਼ਾ ਕੀਤਾ ਹੈ, ਉਸ ਵੇਲੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਹੈ, ਸਰਹੰਦ ਢਾਈ ਹੈ, ਉਹਨੂੰ ਸਬਕ ਸਿਖਾਇਆ ਹੈ, ਉਹਦੀਆਂ ਇੱਟਾਂ ਵੀ ਚੱਕ ਕੇ ਦਰਿਆ ਵਿੱਚ ਸੁੱਟ ਕੇ ਆਏ। ਤੇ ਪੁਰਾਤਨ ਸਮਿਆਂ ਦੇ ਵਿੱਚ ਸਾਡੇ ਦਾਦੇ ਪੜਦਾਦਿਆਂ ਦੇ ਸਮਿਆਂ ਤੱਕ ਤਾਂ ਇਹ ਗੱਲ ਪ੍ਰਚਲਿਤ ਸੀ, ਜਿਹਨੇ ਵੀ ਫਤਿਹਗੜ੍ਹ ਸਾਹਿਬ ਜਾਣਾ ਹੈ, ਜਿਹਨੇ ਵੀ ਸਰਹੰਦ ਜਾਣਾ, ਪੁਰਾਣੀ ਸਰਹੰਦ ਦੀ ਇੱਟ ਚੱਕ ਕੇ ਦਰਿਆ ਵਿੱਚ ਸੁੱਟ ਕੇ ਆਉਣੀ ਹੈ। ਇਹ ਸਿੱਖਾਂ ਦਾ ਕੌਮੀ ਫਰਜ਼ ਹੈ। ਉਹ ਬਦਲਾ ਲੈਣ ਵਾਸਤੇ ਜਾਂ ਉਹ ਸਬਕ ਸਿਖਾਉਣ ਦੇ ਲਈ ਜੇ ਸਰਹੰਦ ਦੇ ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ, ਅੱਜ ਅਸੀਂ ਉਹ ਸਰਹੰਦ ਦੀਆਂ ਇੱਟਾਂ ਵੀ ਬਚਣ ਨਹੀਂ ਦੇਣੀਆਂ, ਉਹ ਦਰਿਆ ਵਿੱਚ ਸੁੱਟ ਕੇ ਆਉਣੀਆਂ। ਇਹ ਸਾਡੇ ਪਿਓ ਦਾਦੇ ਕਰਦੇ ਰਹੇ ਨੇ। 1762 ਚ ਸਰਹੰਦ ਨੂੰ ਢਾਉਣ ਤੋਂ ਬਾਅਦ ਲਾਹੌਰ ਨੂੰ ਜਾ ਘੇਰਾ ਪਾਇਆ ਸਿੰਘਾਂ ਨੇ 5 ਮਹੀਨੇ ਬਾਅਦ ਵੱਡੇ ਘੱਲੂਘਾਰੇ ਤੋਂ। ਅਹਿਮਦ ਸ਼ਾਹ ਅਬਦਾਲੀ ਵੇਖਦਾ ਹੈ ਕਿ ਇਹ ਹੋ ਕੀ ਗਿਆ, ਤੇ ਉਧਰ ਸਿੰਘ ਵਾਪਸ ਦੀਵਾਲੀ 1762 ਨੂੰ ਅੰਮ੍ਰਿਤਸਰ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਦੇ ਉੱਤੇ ਸਰਬੱਤ ਖਾਲਸਾ ਕਰਕੇ ਗੁਰਮਤਾ ਕਰਦੇ ਨੇ ਤੇ ਫੈਸਲਾ ਕਰਦੇ ਨੇ। ਜਿਵੇਂ 1710 ਦੇ ਵਿੱਚ ਕਈ ਸ਼ਹਿਰਾਂ ਨੂੰ ਲੁੱਟਣ ਮਾਰਨ ਤੋਂ ਬਾਅਦ ਬੰਦਾ ਬਹਾਦਰ ਨੇ ਪੂਰੀ ਸਿੱਖ ਕੌਮ ਨੂੰ ਜਥੇਬੰਦ ਕਰਕੇ ਵਜ਼ੀਰ ਖਾਨ ਨੂੰ ਮੈਦਾਨੇ ਜੰਗ ਦੇ ਵਿੱਚ ਲਲਕਾਰਿਆ ਸੀ, ਤੇ ਇੱਥੇ ਵੀ ਖਾਲਸਾ ਇਹ ਫੈਸਲਾ ਕਰਦਾ ਹੈ ਕਿ ਹੁਣ ਛਾਪਾਮਾਰ ਯੁੱਧ ਨਹੀਂ ਕਰਨਾ, ਇੱਕ ਵਾਰੀ ਫੈਸਲਾ ਕੌਣ ਲੜਾਈ ਲੜਨੀ ਹੈ। ਇੱਕ ਵਾਰੀ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਖੁੱਲੇ ਮੈਦਾਨ ਦੇ ਵਿੱਚ ਆਮਣੇ ਸਾਹਮਣੇ 2 ਹੱਥ ਕਰਨੇ ਆ ਤੇ ਦੇਖਣਾ ਹੁਣ ਫਿਰ ਇਹਨੂੰ ਅਹਿਮਦ ਸ਼ਾਹ ਅਬਦਾਲੀ ਨੂੰ ਕਿੰਨੀ ਕੁ ਹਿੰਮਤ ਆ ਇਹਦੀ। ਜਿਸ ਵੇਲੇ ਵੱਡੇ ਘੱਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਵਾਪਸ ਆਉਂਦਾ ਹੈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਢਵਾ ਦਿੰਦਾ ਹੈ ਤੋਪਾਂ ਦੇ ਗੋਲਿਆਂ ਦੇ ਨਾਲ, ਸਰੋਵਰ ਨੂੰ ਪੂਰ ਦਿੰਦਾ ਹੈ। ਤੇ ਫਿਰ ਜਿਸ ਵੇਲੇ ਦੀਵਾਲੀ ਨੂੰ 1762 ਨੂੰ ਗੁਰਮਤਾ ਕੀਤਾ ਹੋਣਾ ਸਿੰਘਾਂ ਨੇ, ਉਹਨਾਂ ਨੇ ਕਿਸੇ ਸੋਨੇ ਦੇ ਕਲਸਾਂ ਵਾਲੀ ਬਿਲਡਿੰਗ 'ਚ ਬੈਠ ਕੇ ਨਹੀਂ ਕੀਤਾ ਹੋਣਾ, ਉਹਨਾਂ ਨੇ ਉਸੇ ਅਕਾਲ ਬੁੰਗੇ ਦੇ ਸਥਾਨ ਤੇ ਬੈਠ ਕੇ ਹੀ ਇਕੱਠ ਕੀਤਾ ਹੋਣਾ ਹੈ। ਤੇ ਉਹ ਜਿਹੜੇ ਸ਼ਕਤੀ ਦਾ, ਤਾਕਤ ਦਾ ਜਿਹੜਾ ਕੇਂਦਰ ਹੈ, ਉਹ ਇਮਾਰਤਾਂ ਨਹੀਂ ਸਨ ਜਿਵੇਂ ਅੱਜ ਹੋ ਗਈਆਂ ਸਾਡੀਆਂ, ਜਾਂ ਸਾਨੂੰ ਲੱਗਦਾ ਇਸ ਤਰੀਕੇ ਨਾਲ ਹੋ ਗਿਆ। ਉਸ ਇਕੱਠ ਤੋਂ ਬਾਅਦ ਜਿਸ ਵੇਲੇ ਦੀਵਾਲੀ 1762 ਨੂੰ ਸਿੰਘ ਫੈਸਲਾ ਕਰਦੇ ਹੈ ਕਿ ਹੁਣ ਮੈਦਾਨੇ ਜੰਗ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨਾਲ 2 ਹੱਥ ਕਰਨੇ ਆ, ਤੇ ਜਿੱਥੇ ਅੱਜ ਖਾਲਸਾ ਕਾਲਜ ਹੈ ਉਸ ਥਾਂ ਦੇ ਉੱਤੇ ਆਮੋ ਸਾਹਮਣੇ ਲੜਾਈ ਹੁੰਦੀ ਹੈ। 60,000 ਫੌਜ ਅਹਿਮਦ ਸ਼ਾਹ ਅਬਦਾਲੀ ਕੋਲ ਹੈ, ਤੇ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਭੰਗੂ ਲਿਖਦੇ ਨੇ ਕਿ 60,000 ਹੀ ਖਾਲਸਾਈ ਫੌਜ ਹੈ। ਖਾਲਸਾਈ ਫੌਜ ਵੀ ਲੜਨ ਮਰਨ ਵਾਸਤੇ ਆਈ ਹੈ, ਤੇ ਪਠਾਨ ਵੀ ਆਪਣੇ ਆਪ ਦੇ ਵਿੱਚ ਬਹੁਤ ਤਕੜੇ ਯੋਧੇ ਸੂਰਬੀਰ ਕਹਾਉਂਦੇ ਹੈ, ਬੜੇ ਤਕੜੇ ਲੜਾਕੇ ਹੈ। ਮਰਾਠਿਆਂ ਵਰਗੀ ਏਡੀ ਵੱਡੀ ਕੌਮ ਨੂੰ ਏਡੀ ਵੱਡੀ ਹਾਰ ਦਿੱਤੀ ਹੋਈ ਆ ਉਹਨਾਂ ਨੇ, ਉਹ ਵੀ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਹੈ ਕਿ ਸਾਨੂੰ ਹਰਾਉਣ ਵਾਲਾ ਕੌਣ ਹੈ। ਤੇ ਖੁੱਲੇ ਮੈਦਾਨ ਦੇ ਵਿੱਚ ਜਿਸ ਵੇਲੇ ਮੁਕਾਬਲਾ ਹੁੰਦਾ ਹੈ ਤੇ ਅਹਿਮਦ ਸ਼ਾਹ ਅਬਦਾਲੀ ਲੌਡੇ ਵੇਲੇ ਦਿਨ ਦੇ ਤੀਜੇ ਪਹਿਰ ਮੈਦਾਨ ਛੱਡ ਕੇ ਲਾਹੌਰ ਦੇ ਕਿਲੇ ਵਿੱਚ ਜਾ ਲੁਕਦਾ ਹੈ ਸਿੰਘਾਂ ਕੋਲੋਂ ਹਾਰ ਖਾ ਕੇ, ਤੇ ਸਿੰਘ ਉਹਦੇ ਮਗਰ ਜਾ ਕੇ ਲਾਹੌਰ ਨੂੰ ਘੇਰ ਲੈਂਦੇ ਨੇ, ਲਾਹੌਰ ਦੇ ਕਿਲੇ ਨੂੰ ਘੇਰਾ ਪਾ ਲੈਂਦੇ ਹੈ। ਤੇ ਅਹਿਮਦ ਸ਼ਾਹ ਅਬਦਾਲੀ ਉਥੋਂ ਰਾਤ ਨੂੰ ਗੁਪਤ ਸੁਰੰਗ ਰਾਹੀਂ ਦੌੜ ਕੇ ਕਾਬਲ ਚਲੇ ਜਾਂਦਾ ਹੈ, ਤੇ ਜਾਣ ਲੱਗਾ ਕਹਿ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਮੇਰਾ ਹੁਣ ਦਾਣਾ ਪਾਣੀ ਮੁੱਕ ਗਿਆ ਹੈ, ਇਹ ਭਵਿੱਖ ਦੇ ਜਿਹੜੇ ਰਾਜੇ ਨੇ ਇਹਨਾਂ ਦੇ ਕੋਲ ਤਾਕਤ ਆ ਗਈ ਹੈ, ਹੁਣ ਇਹ ਦੁਆਰਾ ਮੈਨੂੰ ਪੰਜਾਬ ਨੂੰ ਲੁੱਟਣ ਨਹੀਂ ਦੇਣਗੇ। ਬੇਸ਼ੱਕ ਅਹਿਮਦ ਸ਼ਾਹ ਅਬਦਾਲੀ ਆਪਣੇ ਅਹਿਲਕਾਰਾਂ ਨੂੰ ਜਾਂ ਆਪਣੇ ਪੁੱਤ ਪੁੱਤਰਿਆਂ ਨੂੰ ਲਾਹੌਰ ਦੇ ਗਵਰਨਰ ਥਾਪਦਾ ਰਿਹਾ, ਫੌਜਦਾਰ ਥਾਪਦਾ ਰਿਹਾ, ਪਰ ਸਿੰਘਾਂ ਨੇ ਉਹਦੇ ਪੈਰ ਨਹੀਂ ਲੱਗਣ ਦਿੱਤੇ। 1762 ਦੀ ਇਹ ਗੱਲ ਹੈ। ਤੇ 1762 ਤੋਂ ਬਾਅਦ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਖਤਰਾ ਹੈ ਉਹ ਖਤਮ ਹੋ ਜਾਂਦਾ ਹੈ, ਤੇ ਦਿੱਲੀ ਦੇ ਤਖਤ ਦਾ ਖਤਰਾ ਵੀ ਖਤਮ ਹੋ ਜਾਂਦਾ ਹੈ, ਫਿਰ 12 ਮਿਸਲਾਂ ਨੇ ਸਿੰਘਾਂ ਦੀਆਂ, ਜਾਂ 11 ਮਿਸਲਾਂ ਮੰਨ ਲਈਏ ਅਸੀਂ। 12ਵੀਂ ਫੂਲਕੀਆ ਮਿਸਲ ਪਟਿਆਲੇ ਵਾਲੀ, ਉਹ ਕਦੇ ਦਿੱਲੀ ਵਾਲਿਆਂ ਨਾਲ ਰਲ ਜਾਂਦਾ ਹੈ, ਕਦੇ ਅਹਿਮਦ ਸ਼ਾਹ ਅਬਦਾਲੀ ਨਾਲ ਸਮਝੌਤਾ ਕਰ ਲੈਂਦਾ ਹੈ, ਕਦੇ ਕਿਸੇ ਪਾਸੇ ਚਲੇ ਜਾਂਦਾ ਹੈ, ਕਦੇ ਖਾਲਸੇ ਕੋਲੋਂ ਖਿਮਾ ਮੰਗ ਕੇ ਤਨਖਾਹ ਲਗਵਾ ਲੈਂਦਾ ਹੈ। ਉਹਦੀ ਗਿਣਤੀ ਨਹੀਂ ਕੀਤੀ ਜਾਂਦੀ, ਤੇ 11 ਮਿਸਲਾਂ ਦੀ ਗਿਣਤੀ ਕੀਤੀ ਜਾਂਦੀ ਆਮ ਤੌਰ ਤੇ ਪੰਜਾਬ 'ਚ। ਉਹ 11 ਮਿਸਲਾਂ ਆਪਸ ਦੇ ਵਿੱਚ ਲੜਨਾ ਸ਼ੁਰੂ ਕਰਦੀਆਂ, ਇੱਕ ਦੂਜੇ ਦੇ ਰਾਜ ਦੇ ਉੱਤੇ ਕਬਜ਼ਾ ਕਰਨ ਵਾਸਤੇ ਆਪਸ ਵਿੱਚ ਮਾਰਦੇ ਨੇ। 1762 ਤੋਂ ਲੈ ਕੇ 5 ਕੁ ਸਾਲ ਲੰਘੇ ਨੇ ਠੀਕ ਠਾਕ, ਤੇ 1767 ਦੇ ਵਿੱਚ ਹੀ
ਉਹ ਮਿਸਲਾਂ ਆਪਸ ਦੇ ਵਿੱਚ ਲੜਨਾ ਸ਼ੁਰੂ ਕਰ ਦਿੰਦੀਆਂ, ਉਹਨਾਂ ਦਾ ਆਪਸੀ ਬੈਰ ਵਿਰੋਧ ਹੋ ਜਾਂਦਾ ਹੈ, ਈਰਖਾ ਸਾਰਾ ਕੁਝ ਹੋ ਜਾਂਦਾ ਹੈ, ਤੇ ਉਹਨਾਂ ਦੇ ਕਿਰਦਾਰ ਦੇ ਵਿੱਚ ਵੀ ਉਹੀ ਗਿਰਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਉਸ ਵੇਲੇ ਦੇ ਪਠਾਨ ਤੇ ਮੁਸਲਮਾਨ ਹਾਕਮਾਂ ਦੇ ਵਿੱਚ ਹੁੰਦੀਆਂ ਸਨ। ਉਹੀ ਜ਼ਗੀਰਦਾਰਾਂ ਵਾਲਾ ਵਰਤਾਰਾ, ਉਹੀ ਲਾਲਚ, ਜਿੱਥੇ ਜਦੋਂ ਗੁਰੂ ਨਾਨਕ ਸਾਹਿਬ ਪੂਰੀ ਮਨੁੱਖਤਾ ਨੂੰ ਨਿਰਮਲ ਪੰਥ ਦੇ ਨਾਂ ਥੱਲੇ ਇਕੱਠੇ ਕਰਦੇ ਨੇ, ਜਦੋਂ ਉਹਨਾਂ ਵਿੱਚੋਂ ਹਰ ਤਰ੍ਹਾਂ ਦਾ ਭਿੰਨ ਭੇਦ ਖਤਮ ਕਰ ਦਿੰਦੇ ਨੇ, ਜਾਤ ਪਾਤ ਤੇ ਵਰਣ ਵੰਡ ਦਾ ਪੂਰੀ ਤਰ੍ਹਾਂ ਖਾਤਮਾ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਜਿਹੇ ਬਣਾ ਦਿੰਦੇ ਨੇ। ਮਿਸਲਾਂ ਦੇ ਸਮੇਂ ਦੇ ਵਿੱਚ ਹਰ ਸਿੰਘ ਆਪਣੇ ਆਪ ਦੇ ਵਿੱਚ ਪੂਰਨ ਤੌਰ ਤੇ ਆਜ਼ਾਦ ਹੈ। ਉਹ ਜਿਹੜਾ ਮਰਜ਼ੀ ਜਿਹੜੇ ਮਰਜ਼ੀ ਜਥੇ ਨੂੰ ਛੱਡ ਕੇ ਦੂਜੇ ਜਥੇ ਵਿੱਚ ਜਾ ਸਕਦਾ ਹੈ। ਜਾਤ ਪਾਤ ਨਹੀਂ ਹੈ ਉੱਥੇ ਹਵਾਲੇ ਮਿਲਦੇ ਨੇ। ਸ਼ਹਿਨਸ਼ਾਹ ਖੁਦ ਹੀ ਕੋਈ ਭਾਖਤ, ਉਹ ਕੱਲਾ ਕੱਲਾ ਸਿੰਘ ਹੀ ਆਪਣੇ ਆਪ ਨੂੰ ਸ਼ਹਿਨਸ਼ਾਹ ਕਹਾਉਂਦਾ ਹੈ। ਤੇ 1767 ਤੋਂ ਬਾਅਦ ਉਹ ਗਿਰਾਵਟਾਂ ਦੁਆਰਾ ਆਉਣੀਆਂ ਸ਼ੁਰੂ ਹੋਈਆਂ, ਉਹ ਵੰਡੀਆਂ ਫੇਰ ਪਈਆਂ, ਜਾਤਾਂ ਦੇ ਨਾਂ ਦੇ ਉੱਤੇ ਵੀ ਵਿਤਕਰੇ ਹੋਏ। ਫਿਰ ਇੰਨੀ ਗਿਰਾਵਟ ਆਈ ਕਿ ਜਿਸ ਵੇਲੇ ਚੜ੍ਹ ਸਿੰਘ ਸ਼ੁਕਰ ਚੱਕੀਆ ਦੇ ਤੋਂ ਬਾਅਦ ਮਹਾਂ ਸਿੰਘ ਦਾ ਟਾਈਮ ਆਉਂਦਾ ਹੈ, ਤੇ ਮਹਾਂ ਸਿੰਘ ਤੋਂ ਬਾਅਦ 14 ਸਾਲ ਦੀ ਉਮਰ 'ਚ ਰਣਜੀਤ ਸਿੰਘ ਆਪਣੇ ਮਿਸਲ ਦਾ ਜਥੇਦਾਰ ਬਣਦਾ ਹੈ, ਤੇ ਉਹਦਾ ਵਿਆਹ ਜਦੋਂ ਨਕਈ ਜਾਂ ਘਨਈਆ ਮਿਸਲ 'ਚ ਹੁੰਦਾ ਹੈ, ਉਹਨਾਂ ਨੂੰ ਨਾਲ ਲੈ ਕੇ ਆਪਣੀ ਤਾਕਤ ਦੇ ਜ਼ੋਰ ਦੇ ਨਾਲ 1898 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਨੂੰ 1798 ਦੇ ਵਿੱਚ ਲਾਹੌਰ ਦੇ ਕਿਲੇ ਦੇ ਬਾਹਰ ਬੰਗਾਰਦਾ ਹੈ। ਲਾਹੌਰ ਦੇ ਕਿਲੇ ਦੇ ਵਿੱਚ ਉਹ ਲੁਕਿਆ ਹੋਇਆ ਹੈ, ਤੇ ਰਣਜੀਤ ਸਿੰਘ ਥੋੜੇ ਜਿਹੇ ਸਿੰਘਾਂ ਦੀ ਫੌਜ ਲੈ ਕੇ ਕਿਲੇ ਦੇ ਬਾਹਰ ਉਹਨੂੰ ਲਲਕਾਰਦਾ ਹੈ, ਨਿਕਲੋ ਬਾਹਰ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਿਆ, ਤੈਨੂੰ ਚੜ੍ਹ ਸੋ ਸ਼ੁਕਰ ਚੱਕੀਆ ਦਾ ਪੋਤਰਾ ਬੰਗਾਰਦਾ ਹੈ। ਐਸੀ ਬੰਗਾਰ ਪਈ, ਉਹਨੇ ਆਪਣੀ ਤਾਕਤ ਦੇ ਨਾਲ ਦੂਜੀਆਂ ਕੁਝ ਮਿਸਲਾਂ ਨੂੰ ਆਪਣੇ ਨਾਲ ਰਲਾਇਆ, ਕੁਝ ਇੱਕ ਨੂੰ ਆਪਣੇ ਅਧੀਨ ਕੀਤਾ ਤੇ ਖਾਲਸਾਈ ਰਾਜ ਕਾਇਮ ਕੀਤਾ। ਪਰ ਜਿਹੜਾ ਵੱਡੇ ਘੱਲੂਘਾਰੇ ਦੀ ਗੱਲ ਜਿਹੜੀ ਅੱਜ ਕੀਤੀ ਹੈ ਅਸੀਂ, ਜਿਹੜੀ 5 ਫਰਵਰੀ ਅੱਜ ਦੇ ਦਿਨ 1762 ਨੂੰ ਵਾਪਰਿਆ ਸੀ, ਜਿਹਦੇ ਵਿੱਚ ਕੌਮ ਦਾ ਇੰਨਾ ਭਾਰੀ ਨੁਕਸਾਨ ਹੋਇਆ ਸੀ, ਅਸੀਂ ਵੇਖਣਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬੰਦੇ ਬਹਾਦਰ ਨੂੰ ਨੰਦੇੜ ਤੋਂ ਪੰਜਾਬ ਭੇਜਿਆ ਜ਼ੁਲਮ ਦੀ ਹਕੂਮਤ ਨੂੰ ਖਤਮ ਕਰਨ ਵਾਸਤੇ 5 ਪਿਆਰਿਆਂ ਦੇ ਤਹਿਤ। ਤੇ ਬੰਦਾ ਸਿੰਘ ਬਹਾਦਰ ਨੇ ਇੱਕ ਬਹੁਤ ਯੋਜਨਾਬੱਧ ਤਰੀਕੇ ਦੇ ਨਾਲ ਲੜਾਈ ਲੜੀ, ਸਰਹੰਦ ਦੇ ਸੂਬੇਦਾਰ ਨੂੰ ਸਜ਼ਾ ਦਿੱਤੀ, ਆਪਣਾ ਰਾਜ ਕਾਇਮ ਕੀਤਾ, ਆਪਣਾ ਸਿੱਕਾ ਤੇ ਆਪਣੀ ਮੋਹਰ ਗੁਰੂ ਨਾਨਕ ਦੇ ਨਾਂ ਦੇ ਉੱਤੇ ਕਾਇਮ ਕੀਤੀ, ਜਾਰੀ ਕੀਤੀ। ਪਰ ਉਸ ਤੋਂ ਬਾਅਦ ਅਗਲੇ ਕਿਸੇ ਪ੍ਰੋਗਰਾਮ ਦੀ ਠੀਕ ਅਣਹੋਂਦ ਹੋਣ ਕਰਕੇ ਮੈਂ ਇਹ ਮਹਿਸੂਸ ਕਰਦਾ ਕਿ ਸਿੰਘਾਂ ਦੇ ਅੰਦਰ ਸਰਹੰਦ ਮਾਰਨ ਤੱਕ ਦਾ ਜਜ਼ਬਾ ਸੀ। ਸਰਹੰਦ ਮਾਰਨ ਤੋਂ ਬਾਅਦ ਆਪਣਾ ਰਾਜ ਕਾਇਮ ਕਰਕੇ ਕਿਵੇਂ ਚਲਾਉਣਾ ਹੈ, ਇਹਦੇ ਬਾਰੇ ਬਹੁਤਾ ਨਹੀਂ ਸੋਚਿਆ ਸੀ। 1716 ਦੇ ਵਿੱਚ ਕਿਵੇਂ ਤਸੀਹੇ ਦੇ ਕੇ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਜਾਂਦਾ ਦਿੱਲੀ ਦੇ ਵਿੱਚ। ਉਸ ਤੋਂ ਬਾਅਦ ਕਿਵੇਂ ਅਸੀਂ ਜੰਗਲਾਂ ਪਹਾੜਾਂ ਦੇ ਮਾਰੂਥਲਾਂ ਦੇ ਵਿੱਚ ਲੁਕ ਕੇ ਛਾਪਾਮਾਰ ਯੁੱਧ ਕਰਕੇ ਆਪਣੀ ਹੋਂਦ ਬਚਾਈ ਸਾਡੇ ਬਜ਼ੁਰਗਾਂ ਨੇ। ਇੱਥੇ ਇੱਕ ਗੱਲ ਧਿਆਨ ਰੱਖਣ ਯੋਗ ਹੈ ਕਿ ਉਸ ਵੇਲੇ ਤੱਕ ਉਹ ਸਿੱਖੀ ਕਿਰਦਾਰ ਵਾਲੀ ਜਿਹੜੀ ਗੱਲ ਹੈ ਉਹ ਕਾਇਮ ਸੀ, ਉਹਨਾਂ ਦੇ ਅੰਦਰ ਉਹ ਜਜ਼ਬਾ ਕਾਇਮ ਸੀ, ਉਹਨਾਂ ਦੇ ਵਿੱਚ ਉਹ ਇੱਕ ਦੂਜੇ ਪ੍ਰਤੀ ਇੱਕ ਦੂਜੇ ਤੋਂ ਕੁਰਬਾਨ ਹੋਣ ਦਾ ਜਿਹੜਾ ਜਜ਼ਬਾ ਹੈ ਉਹ ਕਾਇਮ ਸੀ। ਉਹਨਾਂ ਦੇ ਵਿੱਚ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਹੈ ਉਹ ਘਰ ਕਰ ਗਈ ਸੀ, ਉਹਨਾਂ ਦੇ ਵਿੱਚ ਕਾਇਮ ਸੀ। ਬੇਸ਼ੱਕ ਉਹ ਵਿਦਵਾਨ ਨਹੀਂ ਸਨ, ਅੱਜ ਤਾਂ ਸਾਡੇ ਬਹੁਤ ਝਗੜੇ ਨੇ ਨਾ ਉਹਨਾਂ ਨੂੰ ਗੁਰਬਾਣੀ ਵਿਆਕਰਨ ਦਾ ਪਤਾ ਸੀ, ਨਾ ਉਹਨਾਂ ਨੂੰ ਹੋਰ ਕਿਸੇ ਗੱਲ ਦਾ ਪਤਾ ਸੀ, ਪਰ ਉਸ ਦੇ ਬਾਵਜੂਦ ਵੀ ਉਹ ਆਪਣੇ ਗੁਰੂ ਦੇ ਉੱਤੇ ਸਦਕ ਤੇ ਭਰੋਸੇ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ, ਛੋਲਿਆਂ ਦੀ ਮੁੱਠ ਖਾ ਕੇ ਤੇ ਪਾਣੀ ਪੀ ਕੇ ਦਰਿਆ ਦੇ ਵਿੱਚੋਂ ਆਪਣੇ ਆਪ ਨੂੰ ਸ਼ਹਿਨਸ਼ਾਹ ਸਮਝਦੇ ਸਨ। ਤੇ ਉਹੀ ਜਿਹੜੀ ਸੋਚ ਸੀ ਕਿਸੇ ਵੇਲੇ ਅਹਿਮਦ ਸ਼ਾਹ ਅਬਦਾਲੀ ਨੂੰ ਮਾਤ ਦੇਣ ਦੇ ਕੰਮ ਆਈ ਉਹਨਾਂ ਦੇ। ਅੱਜ ਅਸੀਂ ਇਹਨਾਂ ਹਾਲਤਾਂ ਵਿੱਚੋਂ ਲੰਘ ਕੇ ਕੌਮ ਰਾਜ ਵੀ ਕਾਇਮ ਕੀਤਾ। ਉਸ ਰਾਜ ਦੇ ਵਿੱਚ ਕੀ ਕੁਝ ਹੋਇਆ ਇਹ ਇੱਕ ਵੱਖਰਾ ਵਿਸ਼ਾ ਹੈ, ਤੁਸੀਂ ਸਾਰਿਆਂ ਨੇ ਵਿਚਾਰਿਆ ਹੋਣਾ, ਨਹੀਂ ਤਾਂ ਕਿਸੇ ਵੇਲੇ ਵਿਚਾਰਾਂਗੇ। ਤੇ ਉਸ ਤੋਂ ਬਾਅਦ ਕਿਵੇਂ ਸਾਡੀ ਹਾਲਤ ਜਿਹੜੀ ਹੈ ਥੱਲੇ ਨੂੰ ਗਈ, ਕਿਵੇਂ ਸਾਡੇ 'ਚ ਗਿਰਾਵਟਾਂ ਆਈਆਂ, ਕਿਵੇਂ ਪੁਨਰ ਜਾਗਰਤੀ ਲਹਿਰ ਦੁਆਰਾ ਸਿੰਘ ਸਭਾ ਲਹਿਰ ਨੇ ਸ਼ੁਰੂ ਕੀਤੀ, ਕਿਵੇਂ ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਵਰਗਿਆਂ ਨੇ ਆਪਣਾ ਪੂਰਾ ਜੀਵਨ ਕੁਰਬਾਨ ਕਰਕੇ ਦੁਆਰਾ ਗੁਰੂ ਦੇ ਸ਼ਬਦ ਦਾ ਬੋਲਵਾਲਾ ਕਰਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ, ਤੇ ਕਿਵੇਂ ਦੁਆਰਾ ਜਾਗਰਤੀ ਆਈ। ਇਹ ਇੱਕ ਵੱਖਰਾ ਵਿਸ਼ਾ ਹੈ। ਅੱਜ ਦੇ ਨਾਲ ਜੇ ਕੰਪੇਅਰ ਕਰਕੇ ਵੇਖਣਾ ਹੋਵੇ, ਅੱਜ
ਸਿੱਖੀ ਕਿਰਦਾਰ ਪ੍ਰੈਕਟੀਕਲ ਤੌਰ ਤੇ ਜਿਹੜਾ ਹੈ ਉਹ ਬਹੁਤ ਘਟ ਗਿਆ ਹੈ। ਆਪਸੀ ਝਗੜੇ ਝਮੇਲੇ ਬਹੁਤ ਵੱਧ ਗਏ ਨੇ। ਉਹ ਗੁਰੂ ਦੇ ਨਾਂ ਤੋਂ ਕੁਰਬਾਨ ਹੋਣ ਵਾਲੀ ਜਿਹੜੀ ਗੱਲ ਹੈ ਉਹ ਖਤਮ ਹੋ ਗਈ ਹੈ। ਗੁਰੂ ਦੀ ਭਉ ਭਾਵਨੀ ਵੀ ਖਤਮ ਹੋ ਗਈ। ਉਹਦਾ ਜਿਹੜਾ ਸਿਦਕ ਤੇ ਭਰੋਸਾ ਸੀ ਉਹ ਵੀ ਖਤਮ ਹੁੰਦਾ ਜਾ ਰਿਹਾ ਹੈ। ਸਿਰਫ ਜ਼ੋਰ ਪੈ ਗਿਆ ਹੈ ਸਾਨੂੰ ਆਪਣੀ ਗੱਲ ਮਨਾਉਣ ਦਾ ਤੇ ਦੂਜੇ ਨੂੰ ਆਪਣੇ ਥੱਲੇ ਕਰਨ ਦਾ। ਜੋ ਮੇਰੇ ਵਿਚਾਰ ਨੇ ਉਹ ਹੀ ਸਭ ਤੋਂ ਵਧੀਆ ਨੇ। ਬਾਕੀ ਦੇ ਜਿਹੜੇ ਵਿਚਾਰ ਕਿਸੇ ਦੂਸਰੇ ਦੇ ਹੈ ਉਹਨੂੰ ਮੈਂ ਸੁਣਨ ਵਾਸਤੇ ਤਿਆਰ ਨਹੀਂ। ਅੱਜ ਸਿੱਖ ਮਿਸ਼ਨਰੀ ਕਾਲਜ ਤੇ ਇਸ ਤੋਂ ਪਹਿਲਾਂ ਗੁਰਮਤਿ ਮਿਸ਼ਨਰੀ ਕਾਲਜ ਨੇ ਇੱਕ ਨਵੀਂ ਲਹਿਰ ਖੜੀ ਕੀਤੀ ਸੀ। ਬੜਾ ਹੀ ਕੰਮ ਕੀਤਾ, ਬੜੀ ਜਾਗਰਤੀ ਆਈ ਹੈ। ਮੈਂ ਕਈ ਵਾਰੀ ਸੋਚਦਾ ਹੁੰਨਾ ਅੱਜ ਪੂਰੇ ਸੰਸਾਰ ਦੇ ਵਿੱਚ ਜੇ ਕਿਤੇ ਗੁਰਮਤਿ ਸਿਧਾਂਤ ਦੀ, ਗੁਰਮਤਿ ਵਿਚਾਰਧਾਰਾ ਦੀ ਗੱਲ ਚੱਲ ਰਹੀ ਹੈ, ਬਾਕੀ ਬਚੀ ਹੈ, ਤੇ ਉਹਨਾਂ ਜਿਹੜਾ ਪੁਰਾਣੇ ਸਾਡੇ ਵਡੇਰਿਆਂ ਨੇ ਬਹੁਤ ਮਿਹਨਤ ਕਰਕੇ ਇਹ ਬੂਟੇ ਲਾਏ ਸਨ, ਉਹਨਾਂ ਦੀ ਬਦੌਲਤ ਹੈ। ਮੈਂ ਇਹ ਸਾਰੇ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ, ਖਾਸ ਕਰਕੇ ਸਰ ਹਰਜੀਤ ਸਿੰਘ ਹੋਰਾਂ ਨੂੰ, ਜਿਨ੍ਹਾਂ ਨੇ ਸਿੱਖ ਮਿਸ਼ਨਰੀ ਕਾਲਜ ਨੂੰ ਬਹੁਤ ਠੀਕ ਢੰਗ ਦੇ ਨਾਲ ਅਗਵਾਈ ਦਿੱਤੀ ਹੈ। ਮਾਨਯੋਗ ਸਰ ਹਰਭਜਨ ਸਿੰਘ ਹੋਰਾਂ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਮੇਰੀ ਅਰਦਾਸ ਹੈ ਇਸੇ ਤਰ੍ਹਾਂ ਇਹਨਾਂ ਦੀ ਅਗਵਾਈ ਚੱਲਦੀ ਰਹੇ। ਆਪਾਂ ਸਾਰੇ ਰਲ ਮਿਲ ਕੇ ਉਹ ਜਿਹੜੀ ਤੱਤ ਗੁਰਮਤਿ ਹੈ, ਤੱਤ ਸਮਝੌਤਾ ਨਹੀਂ ਹੈ, ਕੋਈ ਕੰਪਰੋਮਾਈਜ਼ ਕੋਈ ਨਹੀਂ ਹੈ, ਹੋ ਹੀ ਨਹੀਂ ਸਕਦਾ। ਉਹਦੇ ਉੱਤੇ ਪਹਿਰਾ ਦੇ ਕੇ ਇੱਕ ਸਿੱਖੀ ਕਿਰਦਾਰ, ਉਹ ਕਿਰਦਾਰ ਜਿਹੜਾ ਉਸ ਵੇਲੇ ਦੇ ਆਗੂਆਂ ਦੇ ਵਿੱਚ ਹੈ। ਜੱਸਾ ਸਿੰਘ ਆਹਲੂਵਾਲੀਆ ਪੂਰਾ ਦਿਨ ਮੈਦਾਨੇ ਜੰਗ ਦੇ ਵਿੱਚ ਲੜਦਾ ਰਿਹਾ। 22 ਜ਼ਖਮ ਨੇ ਉਹਦੇ ਸਰੀਰ ਦੇ ਉੱਤੇ। ਦੂਸਰਾ ਜਿਹੜਾ ਚੜ੍ਹਤ ਸਿੰਘ ਸ਼ੁਕਰ ਚੱਕਿਆ ਦੇ ਸਰੀਰ ਤੇ 19 ਜ਼ਖਮ ਨੇ। ਆਰਾਮ ਨਹੀਂ ਕੀਤਾ, ਘੋੜੇ ਤੋਂ ਉਤਰ ਕੇ ਵੀ ਲੜਦੇ ਰਹੇ ਜਦੋਂ ਘੋੜਾ ਥੱਕ ਗਿਆ, ਪਰ ਆਪਣੇ ਸਾਥੀਆਂ ਦਾ ਸਾਥ ਨਹੀਂ ਛੱਡਿਆ, ਮੋਹਰੇ ਹੋ ਕੇ ਲੜਦੇ ਰਹੇ। ਉਹ ਜਿਹੜਾ ਉਹ ਜੂਝਣ ਦਾ ਜਿਹੜਾ ਚਾਅ ਸੀ ਉਹ ਉਹਨਾਂ ਆਗੂਆਂ ਦੇ ਵਿੱਚ ਸੀਗਾ। ਅੱਜ ਹੋਰ ਕਿਸਮ ਦੀਆਂ ਸਮੱਸਿਆਵਾਂ ਨੇ ਬਹੁਤ। ਆਪਾਂ ਸਾਰੇ ਬਾਹਰਲੇ ਦੇਸ਼ਾਂ 'ਚ ਬਹੁਤ ਸਾਰੇ ਵਸਦੇ ਹਾਂ। ਮੇਰਾ ਖਿਆਲ ਭਾਰਤ ਪੰਜਾਬ 'ਚੋਂ ਵੀ ਹੋਣਗੇ ਸਿੰਘ ਜੁੜੇ ਹੋਏ ਅੱਜ ਦੀ ਇਸ ਕਲਾਸ ਦੇ ਵਿੱਚ। ਆਪਾਂ ਸਾਰੇ ਬਾਹਰ ਵੇਖਦੇ ਹਾਂ, ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ, ਬੱਚਿਆਂ ਨੂੰ ਛੱਡੋ ਤੁਸੀਂ, ਸਿਆਣਿਆਂ ਨੂੰ ਵੀ ਸਾਡੇ ਇਸ ਇਤਿਹਾਸ ਦੀ ਵਾਕਫੀਅਤ ਨਹੀਂ ਹੈ, ਕਿਉਂਕਿ ਸਾਡਾ ਇੰਟਰਸਟ ਖਤਮ ਹੋ ਗਿਆ ਹੈ। ਅਸੀਂ ਇਹਦੇ ਵੱਲ ਧਿਆਨ ਨਹੀਂ ਦਿੱਤਾ। ਅੱਜ ਪੰਜਾਬ ਦੇ ਵਿੱਚ ਧੜਾ ਧੜ ਕ੍ਰਿਸਚੀਅਨਸ ਦੇ ਵਿੱਚ ਕਨਵਰਸ਼ਨ ਹੋ ਰਹੀ ਹੈ। ਮੈਂ ਕਹਿੰਦਾ ਹੁੰਦਾ ਕਨਵਰਟ ਉਹ ਹੀ ਹੁੰਦਾ ਹੈ ਜਿਹਦੇ ਅੰਦਰ ਦੀ ਜਿਹੜੀ ਸਿੱਖੀ ਹੈ ਉਹ ਪਹਿਲਾਂ ਖਤਮ ਹੋ ਜਾਂਦੀ ਹੈ। ਅੱਜ ਸਾਨੂੰ ਆਪਣਾ ਜਿਹੜਾ ਇਤਿਹਾਸ ਹੈ ਉਹਨੂੰ ਸੰਖੇਪ ਦੇ ਵਿੱਚ ਅੱਜ ਦੇ ਸਮੇਂ ਦੇ ਮੁਤਾਬਕ ਵੱਧ ਤੋਂ ਵੱਧ ਲੋਕਾਂ ਤੱਕ ਲੈ ਕੇ ਜਾਣ ਦੀ ਲੋੜ ਹੈ। ਇੱਕ ਦਿਨ ਦੇ ਵਿੱਚ 5 ਫਰਵਰੀ 1762 ਨੂੰ 2/3 ਕੌਮ, 2/3 50,000 ਦਾ ਇਕੱਠ ਲਿਖਿਆ ਵਿਦਵਾਨਾਂ ਨੇ ਉਹਦੇ ਵਿੱਚ, ਜਿਹਦੇ ਵਿੱਚ ਬੱਚੇ ਤੇ ਬੀਬੀਆਂ ਵੀ ਨੇ, ਬਿਰਧ ਵੀ ਨੇ, ਬਿਮਾਰ ਵੀ ਹੋਣਗੇ, ਜ਼ਖਮੀ ਵੀ ਹੋਣਗੇ। ਉਹਨਾਂ ਵਿੱਚੋਂ 30,000 ਇੱਕ ਦਿਨ ਦੇ ਵਿੱਚ ਸ਼ਹੀਦ ਕਰ ਦਿੱਤੇ ਜਾਂਦੇ ਆ। ਫਿਰ ਵੀ ਕੌਮ ਨੇ 5 ਮਹੀਨੇ ਨਹੀਂ ਪੈਣ ਦਿੱਤੇ। ਉਹ ਜਿਹੜਾ ਜ਼ਿੰਮੇਵਾਰ ਬੰਦਾ ਸਰਹੰਦ ਦਾ ਸੂਬੇਦਾਰ ਹੈ ਉਹਨੂੰ ਮਾਰ ਕੇ ਸਰਹੰਦ ਉੱਤੇ ਕਬਜ਼ਾ ਕਰ ਲੈਂਦੇ ਨੇ। ਉਹ ਜਿਹੜੀ ਚੜ੍ਹਦੀ ਕਲਾ ਵਾਲੀ ਭਾਵਨਾ ਹੈ ਉਹਨੂੰ ਕਾਇਮ ਰੱਖਣ ਦੀ ਲੋੜ ਹੈ। ਮੇਰਾ ਸਮਾਂ ਮੇਰਾ ਖਿਆਲ ਖਤਮ ਹੋ ਗਿਆ ਹੈ। ਮੈਂ ਆਪਣੀ ਗੱਲ ਇੱਥੇ ਸਮਾਪਤ ਕਰਦਾ। ਇਹਨੂੰ ਜੇ ਆਪਾਂ ਇਹਨੂੰ ਕੋਈ ਡਿਸਕਸ ਕਰਨ ਵਾਸਤੇ ਕਿਸੇ ਕੋਲ ਕੋਈ ਪੁਆਇੰਟ ਹੋਇਆ ਤੇ ਮੈਂ ਉਹ ਆਪਾਂ ਕਰ ਸਕਾਂਗੇ। ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।